ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਪੱਤਰਕਾਰ। ਵੈਲਕਮ ਮਨਪ੍ਰੀਤ ਜੀ। ਧੰਨਵਾਦ ਰੰਧਾਵਾ ਜੀ। ਮਨਪ੍ਰੀਤ ਜੀ, ਅੱਜ ਖਬਰਾਂ ਸਾਰੀਆਂ ਹੀ ਟੇਢੀਆਂ ਨੇ ਤੇ ਸਾਰੀਆਂ ਖਬਰਾਂ ਟੇਢੀਆਂ ਨੂੰ ਸਿੱਧੀਆਂ ਕਰਨਾ ਜ਼ਿੰਮੇਵਾਰੀ ਤੁਹਾਡੀ ਵੱਲੋਂ। ਪਹਿਲੀ ਖਬਰ ਇਹ ਹੈ ਕਿ ਇੱਕ ਸੀਨੀਅਰ ਜਰਨਲਿਸਟ ਆਖਦੇ ਕਿ ਕੇਜਰੀਵਾਲ ਸੁਖਬੀਰ ਦੀ ਪੈੜ 'ਚ ਪੈਰ ਰੱਖੀ ਆਉਂਦਾ। ਇਹ ਹੁਣ ਇਹਦਾ ਖੁਲਾਸਾ ਤੁਸੀਂ ਕਰਨਾ ਵੀ ਕਿਵੇਂ ਪੈੜ 'ਚ ਪੈਰ ਰੱਖਿਆ। ਦੋਨੇ ਹੀ ਸਟਰਗਲ ਕਰ ਰਹੇ ਜੀ। ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਨਿਰਵਿਵਾਦ ਲੀਡਰ ਘੋਸ਼ਿਤ ਕਰਨ ਵੱਲ ਵਧ ਰਿਹਾ। ਸਿੱਧੂ ਔਰ ਚੰਨੀ ਦਾ ਮੁਕਾਬਲਾ, ਤੇ ਉਸ ਮੁਕਾਬਲੇ ਦੇ ਵਿੱਚ ਕਿਵੇਂ ਬਚ ਕੇ ਸੇਫ ਗੇਮ ਖੇਡ ਕੇ ਆਪਣੇ ਆਪ ਨੂੰ ਬਿਹਤਰ ਚਿਹਰਾ ਪੇਸ਼ ਕਰਨਾ ਹੈ, ਇਹਦੀ ਪੇਸ਼ਕਦਮੀ ਹੋਈ ਹੈ, ਉਹਦੇ ਤੇ ਵੀ ਗੱਲ ਕਰਾਂਗੇ। ਤੇ ਤੀਜੀ ਗੱਲ ਕਿ ਕੈਪਟਨ ਦੀ ਧਾਰ ਨੂੰ ਖੁੰਡਾ ਕਰਨ ਲਈ ਕਾਂਗਰਸ ਨੇ ਧਾਰਦਾਰ ਵਾਰ ਕੀਤਾ ਹੈ, ਇਹਦੇ ਤੇ ਗੱਲ ਕਰਾਂਗੇ। ਤੇ ਚੌਥੀ ਗੱਲ ਕਿ ਢੀਂਡਸਾ ਸਾਹਿਬ ਅੱਜ ਇੱਕ ਗੱਠਜੋੜ ਕਰ ਰਹੇ ਆ। ਸਿਆਸਤਦਾਨ ਬਹੁਤ ਜ਼ਿਆਦਾ ਸ਼ਰਾਫਤ ਨਾਲ ਚੱਲਣ ਉਹ ਵੀ ਸਵਾਦ ਨਹੀਂ ਆਉਂਦਾ, ਤੇ ਜੇ ਸਾਰੀ ਉਮਰ ਕਿਸੇ ਦੇ ਮਤਹਿਤ ਲੀਡਰਸ਼ਿਪ ਕੀਤੀ ਹੋਵੇ ਤਾਂ ਉੱਪਰਲੀ ਲੀਡਰਸ਼ਿਪ ਕਰਨ ਲੱਗਿਆਂ ਮੁਸ਼ਕਲਾਂ ਆਉਂਦੀਆਂ ਹੀ ਨੇ। ਜੇ ਇਸ ਤੋਂ ਇੱਕ ਕਦਮ ਅੱਗੇ ਜਾਈਏ ਤਾਂ ਜਿਹੜੀ ਖਬਰ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ 'ਚ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ। ਜੇਕਰ ਤੁਹਾਡੀ ਮੇਰੀ ਸਲਾਹ ਮੰਚ ਤੇ ਆਉਣ ਤੋਂ ਪਹਿਲਾਂ ਹੋਈ ਤੇ ਉਹ ਸਲਾਹ ਸਿਰੇ ਨਾ ਚੜੀ ਤੇ ਸਵਾਦ ਕੀ ਹੋਇਆ। ਬੀਜੇਪੀ ਵਾਲਿਆਂ ਦਾ, ਪੰਜਾਬ ਵਾਲਿਆਂ ਦਾ ਮੰਗਣਾ ਤੇ ਉੱਪਰਲਿਆਂ ਦਾ ਨਾ ਕਰਨਾ ਚੰਗਾ ਜਿਹਾ ਤਾਂ ਨਹੀਂ ਲੱਗੂ। ਇਹਦਾ ਮਤਲਬ ਆਉਂਦੇ 1-2 ਦਿਨਾਂ ਦੇ ਵਿੱਚ ਐਲਾਨ ਹੋ ਜਾਊ ਔਰ ਨਾਲ ਦੀ ਨਾਲ ਹੀ ਪੰਜਾਬ ਦੀ ਪੋਲਿਟਿਕਸ ਵਿੱਚ ਜੋੜ ਤੋੜ ਦੀ ਰਾਜਨੀਤੀ ਵੱਡੇ ਪੱਧਰ ਤੇ ਵਾਪਰਨ ਵਾਲੀ ਆ। ਉਹਦੇ ਤੇ ਵੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਸਵਾਦਲਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਨਾਲ ਜਿਹੜੀ ਇੰਟਰਵਿਊ ਕੀਤੀ ਹੈ ਇੱਕ ਵੱਡੇ ਅਖਬਾਰ ਦੇ ਵੱਡੇ ਪੱਤਰਕਾਰ ਨੇ, ਸਵਾਲ ਸਾਰੇ ਹੀ ਬੜੇ ਸਾਫ਼ ਸੁਥਰੇ ਜਿਹੇ ਨੇ, ਕੋਈ ਟੇਢਾ ਸਵਾਲ ਕੀਤਾ ਹੀ ਨਹੀਂ। ਵੈਸੇ ਮੁੱਖ ਮੰਤਰੀਆਂ ਨਾਲ ਗੱਲ ਕਰਦੇ ਆ ਪੱਤਰਕਾਰਾਂ ਤੇ ਅਸਰ ਆਉਣੇ ਸੁਭਾਵਿਕ ਹੁੰਦੇ ਆ, ਤੁਸੀਂ ਹੋਈਏ, ਮੈਂ ਹੋਵੇ, ਕੋਈ ਹੋਰ ਹੋਵੇ। ਬਹੁਤੀ ਵਾਰੀ ਪੁਰਾਣੇ ਸਮਿਆਂ 'ਚ ਤੇ ਕਹਿੰਦੇ ਇੰਟਰਵਿਊਜ਼ ਵੀ ਮੈਨੇਜ ਹੁੰਦੀਆਂ ਸੀ, ਸਵਾਲ ਪਹਿਲਾਂ ਮੰਗੇ ਜਾਂਦੇ ਸੀ, ਭਾਈ ਸਵਾਲ ਭੇਜੋ ਫਿਰ ਸਾਹਿਬ ਸਮਾਂ ਦੇਣਗੇ। ਪਰ ਇਹ ਵਾਲੇ ਸਾਹਿਬ ਕਹਿੰਦੇ ਆ ਵੀ ਮੈਂ ਮਹਾਰਾਜਾ ਨਹੀਂ। ਹੁਣ ਜੇ ਮੈਂ ਮਹਾਰਾਜਾ ਨਹੀਂ ਤੇ ਭਾਈ ਆਮ ਬੰਦਿਆਂ ਵਾਂਗ ਸਿੱਧੇ ਸਵਾਲਾਂ ਨੂੰ ਪੁੱਠੇ ਕਰਕੇ ਕਿਉਂ ਜਵਾਬ ਦਿੰਦੇ ਹੋ। ਉਧਰ ਰੇਤੇ ਵਾਲੇ ਕਹਿੰਦੇ ਆ ਜੀ ਅਸੀਂ ਮੁੱਖ ਮੰਤਰੀ ਦੀ 5.5 ਰੁਪਏ ਵਾਲੀ ਮੰਗ ਕਿੱਦਾਂ ਮੰਨ ਲਈਏ, ਸਾਡੇ ਤਾਂ ਘਰੋਂ ਜਾਣੇ ਪੈਸੇ, ਸਾਰੀ ਉਮਰ ਤਾਂ ਪੈਸੇ ਲੋਕਾਂ ਦੀਆਂ ਜੇਬਾਂ ਚੋਂ ਕੱਢੇ, ਹੁਣ ਆਪਣੇ ਕਿੱਦਾਂ ਪਾ ਕੇ ਦੇ ਦਈਏ, ਅਸੀਂ ਚੱਲੇ ਜੇ ਦੌੜ। ਹੁਣ ਉਹ ਦੌੜ ਕਿੱਦਾਂ ਰੁਕਦੀ। ਹੁਣ ਮੈਨੂੰ ਉਸ ਇੰਟਰਵਿਊ ਦੇ ਅਹਿਮ ਪੱਖਾਂ ਦੀ ਗੱਲ ਦੱਸਿਓ, ਟੇਢੇ ਤਰੀਕੇ ਨਾਲ ਜਿਹੜੀ ਤੁਸੀਂ ਖਬਰ ਦੇ ਅੰਦਰੋਂ ਖਬਰ ਕੱਢਣੀ। ਦੇਖੋ ਰੰਧਾਵਾ ਜੀ, ਬੜੀ ਵਿਸਤਾਰ ਦੇ ਨਾਲ ਜਿਸ ਇੰਟਰਵਿਊ ਦੀ ਤੁਸੀਂ ਗੱਲ ਕੀਤੀ ਆ ਔਰ ਤੁਸੀਂ ਵੀ ਬੜੀ ਵਿਸਤਾਰ ਦੇ ਨਾਲ ਪੜ੍ਹੀ ਆ, ਲਗਾਤਾਰ ਚਰਚੇ ਇਹ ਹੋ ਰਹੇ ਆ ਔਰ ਕੋਸ਼ਿਸ਼ ਇਹ ਹੋ ਰਹੀ ਸੀ ਕਿ ਕਿਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਤੇ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਇਹਨਾਂ 'ਚ ਵਖਰੇਵੇਂ ਕਿੱਦਾਂ ਉਭਾਰੇ ਜਾਣ, ਇਹਨਾਂ 'ਚ ਪਾੜ ਕਿੱਦਾਂ ਪਾਏ ਜਾਣ। ਇਹ ਦੇਖੋ ਇੱਕ ਮੁੱਖ ਟੀਚਾ ਸੀ ਵਿਰੋਧੀ ਧਿਰਾਂ ਦਾ ਵੀ ਤੇ ਕਾਂਗਰਸ ਦੇ ਲੀਡਰਾਂ ਦਾ ਵੀ। ਤੁਸੀਂ ਦੇਖੋ ਪਿਛਲੇ ਦਿਨਾਂ ਜਿਵੇਂ ਸੁਨੀਲ ਜਾਖੜ ਦਾ ਬਿਆਨ ਆਉਂਦਾ ਐਡਵੋਕੇਟ ਜਨਰਲ ਤੇ ਨਾਲ ਦੀ ਨਾਲ ਮਨੀਸ਼ ਤਿਵਾੜੀ ਦਾ ਆਉਂਦਾ ਤੇ ਫਿਰ ਰਵਨੀਤ ਬਿੱਟੂ ਦਾ ਆਉਂਦਾ। ਮੈਂ ਇਹਨਾਂ ਦੇ ਕਾਂਗਰਸੀ ਲੀਡਰਾਂ ਦੀ ਗੱਲ ਕਰ ਰਿਹਾ। ਯਾਨੀ ਕਿ ਇੱਕ ਏਜੀ ਦੀ ਅਪਾਇੰਟਮੈਂਟ ਕਿੰਨੀ ਅਹਿਮ ਹੁੰਦੀ ਹੈ ਕਿਸੇ ਪਾਰਟੀ ਲੀਡਰ ਦੀ, ਉਹ ਜ਼ਰੂਰੀ ਨਹੀਂ ਆ, ਲੇਕਿਨ ਕਿਸ ਤਰ੍ਹਾਂ ਘੇਰਨਾ ਹੈ। ਜਦੋਂ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਇਕੱਠੇ ਬਹਿ ਜਾਂਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ, ਚਲੋ ਵਿਰੋਧੀ ਧਿਰਾਂ ਨੇ ਤਾਂ ਵਿਰੋਧ ਕਰਨਾ ਹੀ ਆ, ਆਪਣੀ ਵਿਰੋਧ ਕਰਨ ਲੱਗੇ। ਹੁਣ ਆਉਂਦੇ ਆਪਾਂ ਇੰਟਰਵਿਊ ਤੇ, ਕਿਉਂਕਿ ਇਸ ਚੀਜ਼ ਨੂੰ ਇਸ ਸੰਦਰਭ 'ਚ ਦੇਖਣਾ ਬਹੁਤ ਜ਼ਰੂਰੀ ਆ, ਕਿਉਂਕਿ ਚਰਨਜੀਤ ਸਿੰਘ ਚੰਨੀ ਜਾਂ ਇਸ ਕਾਂਗਰਸ ਪਾਰਟੀ ਦੇ ਦੋਸ਼ ਹੀ ਲੱਗਦੇ ਸੀ ਕਿ ਰਲ ਕੇ ਨਹੀਂ ਚੱਲਦੇ, ਇਹਨਾਂ ਦੇ ਵਿੱਚ ਤਾਂ ਘਮਸਾਨ ਪਿਆ ਹੋਇਆ ਤੇ ਇਹ ਪਾਰਟੀ ਨੇ ਕਿੱਥੋਂ ਉੱਭਰਨਾ। ਲਗਾਤਾਰ ਜਦੋਂ ਤੋਂ ਫੈਸਲੇ ਲਏ ਜਾ ਰਹੇ ਨੇ, ਦੇਖੋ ਇੱਕ ਬੜਾ ਵੱਡੀ ਉਹਨਾਂ ਨੇ ਗੱਲ ਕੀਤੀ ਹੈ, ਪੰਜਾਬ ਔਰ ਮੈਨੂੰ ਲੱਗਦਾ ਪੂਰਾ ਭਾਰਤ ਹੀ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ। ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਂ ਪੰਜਾਬ ਦੇ ਵਿੱਚ ਇੱਕ ਨਵਾਂ ਕਾਨੂੰਨ ਲੈ ਕੇ ਆਊਂਗਾ ਜਿੱਥੇ ਸਥਾਨਕ ਲੋਕਾਂ ਨੂੰ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ, ਇਹ ਬੜਾ ਵੱਡਾ ਆਪਣੇ ਆਪ 'ਚ ਫੈਸਲਾ। ਨਾਲ ਦੀ ਨਾਲ ਬੜੇ ਲੋਕਾਂ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ। ਲੇਕਿਨ ਆਪਾਂ ਅੱਗੇ ਇਹਦੀ ਪੋਲੀਟੀਕਲ ਗੱਲ ਕਰਾਂਗੇ। ਇਹ ਤਾਂ ਚਲੋ ਉਹਨਾਂ ਦੀ ਇੱਕ ਚੀਜ਼, ਇਹ ਥੋੜੇ ਦਿਨ ਪਹਿਲਾਂ ਨਾਲ ਦੀ ਸਟੇਟ ਛੋਟੇ ਭਰਾ ਹਰਿਆਣੇ ਨੇ ਕਰਤਾ, ਇਹ ਅਨਸਰ ਦੀ ਲੋੜ ਸੀ। ਉਹ ਕਹਿੰਦੇ ਆ ਸਾਡੇ ਨੌਕਰੀਆਂ ਸਾਡੀਆਂ, ਸਾਡੇ ਲੋਕਾਂ ਦੀ ਰਾਖਵਾ ਕਰਨੋਂ ਨਾ ਕਰਤਾ।
ਤੇ ਪੰਜਾਬ 'ਚ ਰੌਲਾ ਪਿਆ ਸੀ ਕਿ ਪੁਲਿਸ ਵਿੱਚ ਅਸਿੱਧੇ ਤਰੀਕੇ ਨਾਲ ਅਫਸਰਾਂ ਤੇ ਕਾਂਸਟੇਬਲਾਂ ਦੀ ਤੇ ਸੁਰੱਖਿਆ ਗਾਰਡਾਂ ਦੀ ਭਰਤੀ ਇੰਨੀ ਹੋਈ, ਪੰਜਾਬੀ ਮੁੰਡੇ ਦਰਕਰਾਰ ਕਰਤੇ ਤੇ ਅਫਸਰਾਂ ਨੇ ਤੇ ਪੋਲੀਟੀਸ਼ੀਅਨਸ ਨੇ ਉਹ ਲੈਂਦੇ ਜਿਹੜੇ ਬਾਹਰਲੀਆਂ ਸਟੇਟਾਂ ਦੇ, ਤੇ ਫਿਰ ਉਹਨਾਂ ਨੂੰ ਇਸ ਤਰੀਕੇ ਨਾਲ ਤਰੱਕੀਆਂ ਦਿੱਤੀਆਂ ਜਿਹਦੀ ਕੋਈ ਮਿਸਾਲ ਹੀ ਨਹੀਂ ਮਿਲਦੀ। ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਰੰਧਾਵਾ ਜੀ। ਯਾਦ ਕਰੋ ਕਿਸੇ ਟਾਈਮ ਪੰਜਾਬ ਦਾ ਡੋਮਿਸਾਈਲ ਹੋਣਾ, ਇੱਥੋਂ ਦਾ ਇੱਕ ਸਰਟੀਫਿਕੇਟ ਲੈਣਾ, ਪੰਜਾਬੀ ਘੱਟੋ ਘੱਟ 10ਵੀਂ ਤੱਕ ਪੜ੍ਹੀ ਹੋਣੀ ਇੰਨੀ ਲਾਜ਼ਮੀ ਹੁੰਦੀ ਸੀ ਕਿ ਕੋਈ ਵੀ ਸਰਕਾਰੀ ਨੌਕਰੀ ਤੁਹਾਨੂੰ ਉਸ ਤੇ ਆਧਾਰ ਤੋਂ ਬਗੈਰ ਮਿਲਦੀ ਨਹੀਂ ਸੀ। ਮਹਾਰਾਸ਼ਟਰ, ਜਦੋਂ ਉਹ ਮਰਾਠੀ ਮਾਨੂਸ਼ ਦੀ ਗੱਲ ਕਰਦੇ ਨੇ, ਹਿਮਾਚਲ ਪ੍ਰਦੇਸ਼, ਕਈ ਸਟੇਟਸ ਏਦਾਂ ਦੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਦਾ ਬਹੁਤ ਧਿਆਨ ਰੱਖਿਆ। ਹੁਣ ਅੱਜ ਵੀ ਜਦੋਂ ਚਰਨਜੀਤ ਸਿੰਘ ਚੰਨੀ ਇੰਟਰਵਿਊ ਦੇ ਰਹੇ ਨੇ, ਉਹ ਕਹਿੰਦੇ ਸਾਡੇ ਇੱਥੇ ਆ ਕੇ ਹਰਿਆਣੇ ਤੋਂ, ਦਿੱਲੀ ਤੋਂ ਜਾਂ ਬਾਹਰਲੇ ਜਿਹੜੇ ਸੂਬਿਆਂ ਤੋਂ ਲੋਕ ਆ ਕੇ ਨੌਕਰੀਆਂ ਲੈ ਜਾਂਦੇ ਨੇ, ਹਿਮਾਚਲ ਪ੍ਰਦੇਸ਼ ਤੋਂ, ਤੇ ਸਾਡੇ ਜਿਹੜੇ ਬੱਚੇ ਆ ਉਹ ਵਾਂਝੇ ਰਹਿ ਜਾਂਦੇ ਨੇ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲਗਾਤਾਰ ਇੱਥੋਂ ਦਾ ਨੌਜਵਾਨ ਬਾਹਰਲੇ ਮੁਲਕਾਂ ਨੂੰ ਭੱਜ ਰਿਹਾ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਉਹਨਾਂ ਨੂੰ ਬਣਦੇ ਮੌਕੇ ਨਹੀਂ ਮਿਲਦੇ, ਸ਼ਾਇਦ ਉਹਦੇ ਵੱਲ ਇੱਕ ਬਹੁਤ ਵੱਡਾ ਕਦਮ ਹੋਊਗਾ ਜੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਊਗਾ ਔਰ ਸੰਜੀਦਗੀ ਦੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਜਾਊਗਾ। ਗੱਲ ਰੰਧਾਵਾ ਜੀ ਤੁਸੀਂ ਅਗਲੀ ਕੀਤੀ ਹੈ ਤੇ ਉਸ ਬਾਰੇ ਬਹੁਤ ਚਰਚਾ, ਨਵਜੋਤ ਸਿੰਘ ਸਿੱਧੂ ਤੇ ਵੀ ਫਿਰ ਸਵਾਲ ਹੋਇਆ ਕਿ ਨਵਜੋਤ ਸਿੰਘ ਸਿੱਧੂ ਨਾਲ ਤੁਹਾਡੇ ਕੀ ਰਿਸ਼ਤੇ, ਕੀ ਮਨਮੁਟਾਵ ਸੀ, ਤੇ ਉਹਨਾਂ ਨੇ ਕਿਹਾ ਕਿ ਮਨਮੁਟਾਵ ਹੈ ਹੀ ਨਹੀਂ ਸੀ। ਦੇਖੋ, ਚਰਨਜੀਤ ਸਿੰਘ ਚੰਨੀ ਕੋਈ ਅੱਜ ਦੇ ਸਿਆਸਤ 'ਚ ਨਹੀਂ ਆ। ਕਾਉਂਸਲਰ ਤੋਂ ਲੈ ਕੇ ਉਸ ਤੋਂ ਬਾਅਦ MLA ਬਣਨ ਤੱਕ ਤੇ ਉਸ ਤੋਂ ਬਾਅਦ ਮੰਤਰੀ ਬਣਨ ਤੱਕ ਤੇ ਫਿਰ ਮੁੱਖ ਮੰਤਰੀ ਬਣਨ ਤੱਕ ਉਹਨਾਂ ਨੇ ਸਿਆਸਤ ਦੇਖੀ ਆ। ਸਾਨੂੰ ਇੱਕ ਚੀਜ਼ ਉਹਨਾਂ ਦੀ ਜ਼ਰੂਰ ਸਾਹਮਣੇ ਆਈ ਆ ਸਾਰਾ ਸਾਹਮਣੇ, ਉਹ ਇਹ ਚੀਜ਼ ਆ ਕਿ ਉਹ ਠਰਮੇ ਵਾਲੇ ਵਿਅਕਤੀ ਨੇ, ਸੋਚ ਸਮਝ ਕੇ ਬੋਲਦੇ ਨੇ, ਚਾਹੇ ਉਹਨਾਂ ਦਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਬਤੌਰ ਮੁੱਖ ਮੰਤਰੀ ਬਹੁਤ ਥੋੜਾ ਹੋਵੇ। 19 ਸਤੰਬਰ ਨੂੰ ਉਹ ਥਾਪੇ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ। ਜਦੋਂ ਯਾਦ ਕਰੋ ਰੰਧਾਵਾ ਜੀ, ਉਸ ਵੇਲੇ ਲਗਭਗ ਆਪਾਂ ਕਹਿੰਦੇ ਸੀ 3 ਕੁ ਮਹੀਨੇ ਦਾ ਸਮਾਂ, 3 ਮਹੀਨਿਆਂ 'ਚ ਜੋ ਹੁੰਦਾ ਕਰ ਲਓ। ਅੱਜ ਇੱਕ ਗੱਲ ਉਹਨਾਂ ਨੇ ਹੋਰ ਕਹੀ ਆ, ਇਸੇ ਐਡਵੋਕੇਟ ਜਨਰਲ ਤੇ ਜਿਹੜਾ ਵਿਵਾਦ ਲਗਾਤਾਰ ਚੱਲ ਰਿਹਾ ਸੀ ਕਿ ਲਾਉਣਗੇ ਨਹੀਂ ਲਾਉਣਗੇ, ਅਸਤੀਫਾ ਲੈ ਲਿਆ, ਮਨਜ਼ੂਰ ਕਦੋਂ ਹੋਊਗਾ। ਹੁਣ ਉਹ ਕਹਿੰਦੇ ਆ ਕਿ ਇਹ AG ਇਸ ਕਰਕੇ ਨਹੀਂ ਸੀ ਚੱਲ ਸਕਦਾ ਕਿਉਂਕਿ ਇਸ ਵਿਅਕਤੀ ਨੇ ਸੁਮੇਧ ਸਿੰਘ ਸੈਣੀ ਜਿਹੜੇ ਸਾਬਕਾ ਆਪਣੇ DGP ਆ, ਉਹਨਾਂ ਦੀ ਪੈਰਵੀ ਕੀਤੀ, ਉਹਨਾਂ ਨੂੰ ਬਚਾਇਆ ਤੇ ਹੁਣ ਅਸੀਂ ਉਹਨਾਂ ਨੂੰ ਕਿਵੇਂ ਲੈ ਸਕਦੇ। ਦੱਸੋ, ਉਹੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਕਰ ਰਹੇ, ਇਹ ਕਰ ਰਹੇ। ਬੜੇ ਕਮਾਲ ਦੀ ਗੱਲ ਆ ਕਿ ਇੱਕ ਅੱਛਾ ਜੇ ਅਗਲਾ ਸਵਾਲ ਚੰਗਾ ਹੁੰਦਾ ਜਾਂਦੇ ਜਾਂਦੇ ਇਹ ਵੀ ਦੱਸ ਜਾਂਦੇ ਵੀ ਭਾਈ ਮੁੱਖ ਮੰਤਰੀ ਤਾਂ ਤੁਸੀਂ ਸੀ, ਫਿਰ ਲਾ ਕੌਣ ਗਿਆ ਸੀ ਦਿਓਲ ਸਾਹਿਬ ਨੂੰ। ਜੀ ਬਿਲਕੁਲ ਬਿਲਕੁਲ ਬਿਲਕੁਲ, ਮੈਂ ਇਸੇ ਸਵਾਲ ਤੇ ਆਉਣ ਲੱਗਾ ਸੀ ਕਿ ਭਾਈ ਤੁਸੀਂ ਬਤੌਰ ਮੁੱਖ ਮੰਤਰੀ ਹੈ, ਤੁਹਾਡੇ ਕੋਲ ਸਾਰੇ ਅਧਿਕਾਰ ਨੇ, ਤੇ ਫਿਰ ਉਹਨਾਂ ਨੂੰ ਲਾ ਕੌਣ ਗਿਆ, ਕਿਹੜਾ ਤੁਹਾਡੇ ਤੇ ਪ੍ਰੈਸ਼ਰ ਬਣਾ ਗਿਆ, ਕਿਉਂ ਜਿਹੜੀ ਇੰਨੀ ਦੇਰ ਸਾਰੀ ਕੋਸ਼ਿਸ਼ਾਂ ਕਰਨੀਆਂ ਪਈਆਂ, ਜਿਹੜਾ ਸਮਾਂ ਉਹਦੇ ਨਾਲ ਖਰਾਬ ਹੁੰਦਾ, ਉਸ ਲਈ ਕੌਣ ਜ਼ਿੰਮੇਵਾਰ ਹੈ। ਇਹ ਸਵਾਲ ਅਗਲਾ ਬਣਦਾ ਸੀ। ਖੈਰ, ਹੋ ਸਕਦਾ ਗੱਲਾਂ ਬਾਤਾਂ ਦੇ ਵਿੱਚ ਗਵਾਚ ਗਿਆ ਹੋਵੇ। ਇੱਕ ਗੱਲ ਹੋਰ ਸਾਹਮਣੇ ਆਉਂਦੀ ਆ, ਉਹ ਕਹਿੰਦੇ ਜੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੇ ਤੁਹਾਡੀ ਸਰਕਾਰ ਬਰਕਰਾਰ ਰਹਿੰਦੀ ਆ ਤੇ ਫਿਰ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਗੇ। ਉਹ ਵੀ ਉਹ ਜਿਵੇਂ ਬੜੇ ਉਹਨਾਂ ਨੇ ਪੋਲੀਟੀਕਲ ਤੇ ਜਿਵੇਂ ਸਿਆਸੀ ਇੱਕ ਜਵਾਬ ਦਿੱਤਾ ਕਿ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਪਾਰਟੀ ਦੇ, ਉਹੀ ਦੱਸਣਗੇ, ਯਾਨੀ ਕਿ ਨੈਸ਼ਨਲ ਪ੍ਰੈਜ਼ੀਡੈਂਟ, AICC ਦੇ ਪ੍ਰੈਜ਼ੀਡੈਂਟ, ਉਹ ਬਤੌਰ ਦੱਸਣਗੇ ਕੌਣ ਚਿਹਰਾ ਹੋਊਗਾ, ਕੌਣ ਚਿਹਰਾ ਨਹੀਂ ਹੋਊਗਾ। ਲੇਕਿਨ ਇੱਕ ਗੱਲ ਰੰਧਾਵਾ ਜੀ ਬਿਲਕੁਲ ਸਾਫ਼ ਆ, ਜਦੋਂ ਤੋਂ ਨਵਜੋਤ ਸਿੰਘ ਸਿੱਧੂ, ਹੁਣ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਵੀ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕਸੀਦੇ ਪੜ੍ਹਨ ਲੱਗ ਗਏ ਆ, ਉਹਨਾਂ ਦੇ ਸ਼ਲਾਘਾ ਦੇ ਪੁਲ ਬਣਦੇ ਨੇ। ਕਹਿਣ ਦਾ ਮਤਲਬ ਕਿ ਜਦੋਂ ਇਕੱਠੇ ਆਏ ਨੇ ਬਹੁਤ ਸਾਰੇ ਸਿਆਸਤਦਾਨਾਂ ਦੇ, ਵਿਰੋਧੀ ਪਾਰਟੀਆਂ ਦਾ ਜਿਵੇਂ ਸਿਆਸਤ ਆ ਉਹ ਵੀ ਡਾਵਾਡੋਲ ਹੋਈ ਆ, ਕਿਉਂਕਿ ਉਹਨਾਂ ਨੂੰ ਵੀ ਸੂਟ ਇਹੀ ਕਰਦਾ, ਜਿੰਨੀ ਦੇਰ ਤੱਕ ਲੜਦੇ ਰਹਿਣਗੇ, ਆਪਸ ਦੇ ਵਿੱਚ ਮਤਭੇਦ ਰਹਿਣਗੇ, ਉਹਨਾਂ ਦੀ ਸਿਆਸਤ ਕਾਮਯਾਬ ਨਹੀਂ ਹੋਣੀ। ਇਕਜੁੱਟਤਾ ਜਿਹੜੀ ਹੁੰਦੀ ਆ ਉਹ ਆਪਸ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਆ, ਆਪਸ ਦੇ ਵਿੱਚ ਜੁੜ ਕੇ ਚੱਲਣਾ, ਔਰ ਸਿਆਸੀ ਦੁਨੀਆ ਦੇ ਵਿੱਚ ਇਹਦੇ ਹੋਰ ਵੀ ਬਹੁਤ ਵੱਡੇ ਮਾਅਨੇ ਨੇ। ਜੀ ਰੰਧਾਵਾ ਜੀ, ਇਹ ਹੁਣ ਮਿੱਤਰਾਂ ਨੂੰ ਗੁਜ਼ਾਰਿਸ਼ ਹੈ ਕਿ ਬਾਕੀ ਰਹਿੰਦਾ ਤੁਸੀਂ ਪੜ੍ਹ ਕੇ ਅਰਥ ਕੱਢ ਲਿਓ, ਤੇ ਜੇ ਤੁਹਾਨੂੰ ਕੋਈ ਨਵਾਂ ਅਰਥ ਲੱਗੇ ਤੇ ਸਾਨੂੰ ਭੇਜ ਦਿਓ ਸੁਝਾਅ ਰੂਪ ਦੇ ਵਿੱਚ, ਮੰਚ ਅਵੇਲੇਬਲ ਹੈ ਤੁਹਾਡੇ ਲਈ। ਲੇਕਿਨ ਇੱਥੇ ਕਿ ਜੇ ਮੈਨੂੰ ਇਹ ਵੀ ਦੱਸ ਦਿਓ ਕਿ ਕੱਲ ਜਦੋਂ ਮਹਾਰਾਣੀ ਪ੍ਰਨੀਤ ਕੌਰ, ਵੈਸੇ ਸ਼ਬਦ ਮਹਾਰਾਣੀ ਤੋਂ ਲੋਕਾਂ ਨੂੰ ਇਤਰਾਜ਼ ਹੁੰਦਾ ਹੈ, ਜਿੱਦਾਂ ਪ੍ਰਚਲਿਤ ਆ ਬੋਲ ਦਈਦਾ, MP ਪਟਿਆਲਾ ਪ੍ਰਨੀਤ ਕੌਰ ਜਦੋਂ ਮੁੱਖ ਮੰਤਰੀ ਨੂੰ ਮਿਲਦੇ ਆ, ਤੇ ਪਟਿਆਲਾ ਜਿਹੜਾ ਉਹ ਘਰੇਲੂ ਗਰਾਊਂਡ ਆ ਸਿੱਧੂ ਦੀ, ਸਹਿਮਤੀ ਨਾਲ ਹੀ ਮੁੱਖ ਮੰਤਰੀ ਸਾਹਿਬ ਨੇ ਹਾਂ ਕੀਤੀ, ਹੋ ਵੀ ਮਿਲ ਹੀ ਲੈਨੇ ਆ ਜੀ। ਤੇ ਫਿਰ ਜਿਹੜਾ ਧਾਰਦਾਰ ਵਾਰ ਹੈ ਕਿ ਕੈਪਟਨ ਸਾਹਿਬ ਦੀ ਬੇਟੀ ਨੂੰ ਕਿਉਂ ਨਾ ਕਾਂਗਰਸੀ ਉਮੀਦਵਾਰ ਬਣਾ ਦਿੱਤਾ ਜਾਵੇ, ਕੈਪਟਨ ਅਮਰਿੰਦਰ ਸਿੰਘ ਵਾਲੀ ਰਵਾਇਤੀ ਸੀਟ ਤੋਂ, ਪਟਿਆਲਾ ਸ਼ਹਿਰੀ ਤੋਂ। ਤੇ ਫਿਰ ਜਦੋਂ ਕੈਪਟਨ ਸਾਹਿਬ
ਸਾਡੇ ਤੇ ਹਮਲਾ ਕਰਨਗੇ ਤੇ ਜਵਾਬ ਵੀ ਘਰ ਚੋਂ ਹੀ ਦਵਾ ਲਿਆ ਕਰਾਂਗੇ। ਤੁਹਾਨੂੰ ਲੱਗਦਾ ਇਹ ਮੂਵ ਕਾਮਯਾਬ ਹੋਊਗੀ? ਦੇਖੋ ਜੀ, ਬੜੇ ਕਿਆਸੇ ਲਾਏ ਜਾ ਰਹੇ ਸੀ। ਇੱਕ ਚੀਜ਼ ਮੈਂ ਸਾਫ਼ ਕਰਦਾ ਰੰਧਾਵਾ ਜੀ, ਜੀ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਟਿਆਲਾ ਦੇ ਮੇਅਰ ਨੇ ਸੰਜੀਵ ਬਿੱਟੂ, ਉਹਨਾਂ ਨੂੰ ਲੈ ਕੇ ਬੜੇ ਉਹਨਾਂ ਦੇ ਚਰਚਾ ਵਿੱਚ ਸੀ ਉਹ, ਕਿ ਉਹਨਾਂ ਨੂੰ ਸ਼ਾਇਦ ਆਪਣੇ ਇਸ ਅਹੁਦੇ ਤੋਂ ਹਟਾਇਆ ਜਾਊਗਾ। ਜਿਸ ਤਰ੍ਹਾਂ ਤੁਸੀਂ ਆਪ ਗੱਲ ਕਹੀ ਹੈ, ਪ੍ਰਨੀਤ ਕੌਰ ਉਹ ਲਗਾਤਾਰ ਇਹਨਾਂ ਦੇ ਹੱਕ ਵਿੱਚ ਖੜੇ ਸੀ। 60 ਕਾਉਂਸਲਰ ਸੀ ਪਿਛਲੇ ਦਿਨਾਂ ਦੇ ਵਿੱਚ, ਹਰੀਸ਼ ਰਾਵਤ ਨੂੰ ਵੀ ਮਿਲਦੇ ਆ। 32 ਕਾਉਂਸਲਰ ਇਹਨਾਂ ਚੋਂ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਨਸਟੀਚੁਐਂਸੀ ਆ ਉੱਥੋਂ ਆਉਂਦੇ ਨੇ, ਲਗਭਗ 28 ਬ੍ਰਹਮਿੰਦਰਾ ਉਹਨਾਂ ਦੀ ਕਨਸਟੀਚੁਐਂਸੀ ਤੋਂ ਆਉਂਦੇ ਨੇ, ਤੇ ਬਾਕੀ 2 ਹੋਰ ਇਲਾਕਿਆਂ ਤੋਂ ਆਉਂਦੇ ਨੇ। ਇਹ ਮਿਲ ਕੇ ਕਹਿੰਦੇ ਆ ਕਿ ਇਹਨਾਂ ਨੂੰ ਨਾ ਹਟਾਓ। ਜੋ ਕਿਆਸੇ ਲਾਏ ਜਾ ਰਹੇ ਆ, ਜੋ ਮੈਨੂੰ ਪਤਾ ਲੱਗਾ ਉਹ ਇਹੀ ਆ ਕਿ ਪ੍ਰਨੀਤ ਕੌਰ ਨੇ ਜਾ ਕੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ, ਸੀਐਮ ਸਾਹਿਬ ਨੂੰ ਇਹ ਦਰਖਾਸਤ ਕੀਤੀ ਆ ਕਿ ਤੁਸੀਂ ਇਹਨਾਂ ਨੂੰ ਰਹਿਣ ਦਿਓ, ਇਹਨਾਂ ਨੂੰ ਬਦਲੋ ਨਾ, ਕਿਉਂਕਿ ਅਸੀਂ ਕਈ ਤਰ੍ਹਾਂ ਦੇ ਹਜੇ ਵੀ ਇਹਨਾਂ ਤੋਂ ਕੰਮ ਕਰਵਾਉਣੇ ਆ। ਹੁਣ ਉਹ ਇਹਨਾਂ ਦੀ ਗੱਲ ਮੰਨਦੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਨਬਜ਼ ਫੜੀ ਆ ਕਿ ਇਸ ਚੀਜ਼ ਨੂੰ ਹੁਣ ਬਤੌਰ ਸਿਆਸੀ ਖੇਡ ਲਈ ਵਰਤਿਆ ਜਾਊਗਾ, ਕਿਉਂਕਿ ਇਹ ਵੀ ਪਤਾ ਲੱਗਾ, ਜਿਸ ਤਰ੍ਹਾਂ ਤੁਸੀਂ ਸਾਫ਼ ਹੀ ਕਰਤਾ, ਕਿ ਜੈਇੰਦਰ ਕੌਰ ਜਿਹੜੀ ਸਪੁੱਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਉਹਨਾਂ ਦੀ ਇੱਥੋਂ ਜਿਹੜੀ ਆ ਚੋਣ ਲੜਨ ਦੀ ਉਮੀਦ ਕੀਤੀ ਜਾ ਰਹੀ ਹੈ। ਟਿਕਟ ਦੇ ਸਕਦੀ ਆ। ਕੈਪਟਨ ਅਮਰਿੰਦਰ ਸਿੰਘ ਤਾਂ ਆਪਣੀ ਪਾਰਟੀ ਬਣਾ ਹੀ ਰਹੇ ਆ, ਉਹਨਾਂ ਨੇ ਲਗਭਗ ਐਲਾਨ ਵੀ ਕਰਤਾ, ਤੇ ਹੁਣ ਉਹ ਉਡੀਕ ਕਰ ਰਹੇ ਨੇ ਵੀ ਕਦੋਂ ਮੈਨੂੰ ਚੋਣ ਨਿਸ਼ਾਨ ਮਿਲੇ, ਉਸ ਤੋਂ ਬਾਅਦ ਉਹ ਆਪਣੀ ਚੋਣ ਲੜਨਗੇ। ਲੇਕਿਨ ਜੇ ਪ੍ਰਨੀਤ ਕੌਰ ਹੋਣਾ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਕਾਂਗਰਸ ਦੇ ਨਾਲ ਬਣ ਕੇ ਰਹਿਣਾ, ਕਿਉਂਕਿ ਦੇਖੋ, ਜੇ ਇਹਨਾਂ ਦਾ ਕੋਈ ਅੱਗੇ ਬੱਚਾ ਕਹਿ ਲਓ, ਜਿਵੇਂ ਆਮ ਤੌਰ ਤੇ ਪਰਿਵਾਰਾਂ ਤੋਂ ਆਉਂਦੇ, ਤੇ ਲਗਭਗ ਕੈਪਟਨ ਪਰਿਵਾਰ ਦੀ ਜਿਹੜੀ ਸਿਆਸਤ ਆ ਉਹ ਲਗਭਗ ਖਤਮ ਆ। ਪ੍ਰਨੀਤ ਕੌਰ ਵੀ ਤੁਹਾਨੂੰ ਪਤਾ ਉਸੇ ਪੜਾਅ 'ਚ ਆ। ਜਿਹੜੇ ਰਣਇੰਦਰ ਸਿੰਘ ਆ ਉਹ ਕਾਮਯਾਬ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸ਼ ਉਹਨਾਂ ਨੂੰ ਬਹੁਤ ਕੀਤੀ ਗਈ ਕਿ ਉਹਨਾਂ ਨੂੰ ਲਿਆਂਦਾ ਜਾਵੇ ਸਿਆਸਤ ਦੇ ਵਿੱਚ, ਉਹ ਕਾਮਯਾਬ ਨਹੀਂ ਹੋਏ, ਤੇ ਲੈ ਦੇ ਕੇ ਤੇ ਉਹਨਾਂ ਦੇ ਜਿਹੜੀ ਪੁੱਤਰੀ ਆ, ਜਿਸ ਤਰ੍ਹਾਂ ਮੈਂ ਦੱਸਿਆ ਜੈਇੰਦਰ ਕੌਰ, ਉਹੀ ਰਹਿ ਗਏ ਆ। ਇਹ ਹੁਣ ਆਪਸ ਦੇ ਵਿੱਚ ਕੋਈ ਸਮਝੌਤਾ ਹੁੰਦਾ, ਕਿਉਂਕਿ ਜੇ ਪ੍ਰਨੀਤ ਕੌਰ ਹੀ ਉਹਨਾਂ ਨਾਲ ਨਹੀਂ ਜਾਂਦੇ ਜਾਂ ਆਪਣੇ ਪਰਿਵਾਰਾਂ ਦੇ ਮੈਂਬਰ ਹੀ ਟੁੱਟ ਜਾਂਦੇ ਆ, ਤੇ ਫਿਰ ਮੈਨੂੰ ਲੱਗਦਾ ਇਹ ਕਾਂਗਰਸ ਦੀ ਵੀ ਬੜੀ ਵੱਡੀ ਕਾਮਯਾਬੀ ਹੋਊਗੀ। ਕੱਲ ਮੈਂ ਰੋਕ ਲਿਆ ਤੁਹਾਨੂੰ, ਮਾਫੀ। ਕੱਲ ਸ਼ਾਮ ਨੂੰ ਬਹੁਤ ਤੇਜ਼ੀ ਨਾਲ ਇਹ ਅਫਵਾਹਾਂ ਤੇ ਸਰਗੋਸ਼ੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਕੈਪਟਨ ਸਾਹਿਬ ਦੀ ਵਾਪਸੀ ਹੋ ਰਹੀ ਹੈ, ਔਰ ਐਵੇਂ ਤਾਮ ਝਾਮ ਸੀ। ਸਾਨੂੰ ਵੀ ਬਹੁਤ ਸਾਰੀਆਂ ਫੋਨ ਕਾਲਸ, ਤੁਹਾਨੂੰ ਵੀ ਲੋਕਾਂ ਨੇ ਆਪਣੇ ਤੌਰ ਤੇ ਪੁੱਛਿਆ ਹੋਊਗਾ, ਤੇ ਮੈਂ ਇਸ ਗੱਲ ਦੇ ਉੱਤੇ ਸਿਸਮਾਂ 'ਚ ਝਾਕਣ ਦੀ ਕੋਸ਼ਿਸ਼ ਕੀਤੀ ਵੀ ਕੀ ਕੋਈ ਸ਼੍ਰੀਮਤੀ ਸੋਨੀਆ ਗਾਂਧੀ ਜਾਂ ਉੱਪਰਲੇ ਪਰਿਵਾਰ ਦਾ ਮੈਂਬਰ ਸ਼ਾਹੀ ਮਹਿਲ ਦਾ ਗੇੜਾ ਮਾਰ ਸਕਦਾ। ਇਹ ਖਬਰ ਬੜੀ ਤੇਜ਼ੀ ਨਾਲ ਚੱਲੀ, 1-2 ਮੀਡੀਆ ਘਰਾਣਿਆਂ ਵੱਲੋਂ ਚਲਾਈ ਗਈ, ਤੇ ਫਿਰ ਇਸੇ ਸਮੇਂ 'ਚ ਵੇਰਕਾ ਸਾਹਿਬ ਦਾ ਜਿਹੜੇ ਮੰਤਰੀ ਨੇ ਰਾਜਕੁਮਾਰ ਵੇਰਕਾ, ਉਹਨਾਂ ਦਾ ਬਿਆਨ ਆ ਗਿਆ ਕਿ ਕੈਪਟਨ ਸਾਹਿਬ ਨੂੰ ਲੈਵਾਂਗੇ, ਉਹ ਸਾਡੇ ਲੀਡਰ ਨੇ, ਅਸੀਂ ਉਹਨਾਂ ਨੂੰ, ਉਹਦਾ ਵੀ ਮੁੜੇ ਖੰਡਨ ਜਿਹੜਾ ਹੋਇਆ। ਲੇਕਿਨ ਜਦੋਂ ਮੈਂ ਸਿਸਮਾਂ 'ਚ ਝਾਂਕਿਆ ਤੇ ਮੈਨੂੰ ਬੜੀ ਪੁਖਤਾ ਜਾਣਕਾਰੀ ਇਹ ਮਿਲੀ ਵੀ ਕੈਪਟਨ ਸਾਹਿਬ ਬੜੇ ਔਖੇ ਨੇ। ਕਹਿੰਦੇ ਮੇਰੀ ਸਾਰੀ ਇਹ ਇੱਜ਼ਤ ਮਿੱਟੀ ਕਰਨਾ ਚਾਹੁੰਦੇ, ਪਹਿਲੋਂ ਕਾਂਗਰਸ 'ਚ ਮਿੱਟੀ ਕਰਤਾ, ਤੇ ਹੁਣ ਮੈਨੂੰ ਜੇ ਮੈਂ ਕਿਸੇ ਹੋਰ ਪਾਸੇ ਜਾਣ ਲੱਗਾ ਤੇ ਮੈਂ ਉੱਥੋਂ ਵੀ ਸ਼ਾਖ ਖਰਾਬ ਕਰਦੇ। ਉਂਝ ਇੱਕ ਖਬਰ ਹੋਰ ਜਿਹੜੀ ਵੱਡੀ ਸੀਗੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਗਲਿਆਰੇ ਨੇ, ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਨੇ, ਸੰਗੀ ਨੇ, ਉਹ ਮਹਿਸੂਸ ਕਰਨ ਲੱਗੇ ਕਿ ਬੀਜੇਪੀ ਉਹਨਾਂ ਭਾਅ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦੇ ਰਹੀ। ਇਹ ਕਿਉਂ ਨਹੀਂ ਦੇ ਰਹੀ? ਕੱਲ ਇੱਕ ਜਿਹੜੀ ਖਬਰ ਬਹੁਤ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਕੇਂਦਰ ਵੱਲੋਂ, ਬੀਜੇਪੀ ਵੱਲੋਂ, ਉਹ ਸੀਗੀ ਇੱਕ ਵਫਦ ਦਾ, ਪੰਜਾਬ ਦੇ ਵਫਦ ਦਾ ਪ੍ਰਧਾਨ ਮੰਤਰੀ ਨੂੰ ਮਿਲਣਾ। ਅਕਸਰ ਪ੍ਰਧਾਨ ਮੰਤਰੀ ਨਾਜ਼ੁਕ ਮੁੱਦਿਆਂ ਤੇ ਮਿਲਦੇ ਨਹੀਂ, ਤੇ ਜੇ ਕਿਸੇ ਨੂੰ ਮਿਲਦੇ ਵੀ ਹੈ ਤੇ ਏਜੰਡਾ ਬਾਹਰ ਨਹੀਂ ਆਉਂਦਾ। ਏਜੰਡਾ ਵੀ ਬਾਹਰ ਆਇਆ, ਮੁਲਾਕਾਤ ਦੀ ਫੋਟੋ ਵੀ ਬਾਹਰ ਆਈ, ਜ਼ਿਆਦਾ ਸਿੱਖ ਦਸਤਾਰਾਂ ਵਾਲੇ ਚਿਹਰੇ ਵੀ ਨਜ਼ਰ ਆਏ, ਤੇ ਉਹਦੇ ਚ ਮੰਗਾਂ ਵੀ 3 ਵੱਡੀਆਂ। ਕੈਪਟਨ ਅਮਰਿੰਦਰ ਸਿੰਘ ਜਦੋਂ ਜੇ ਗੱਲਬਾਤ ਭਾਜਪਾ ਨਾਲ ਚਲਾ ਰਹੇ ਸੀ ਇਹਨਾਂ ਹੀ ਮੁੱਦਿਆਂ ਦੇ ਉੱਤੇ, ਕਿਸਾਨੀ ਵਾਲਿਆਂ ਦੇ ਜਾਂ ਬਾਕੀ ਮਾਮਲਿਆਂ 'ਚ ਜਿਨ੍ਹਾਂ 'ਚ 84 ਕਤਲੇਆਮ ਵੀ ਆ, ਉਹਨਾਂ ਨੇ ਅਸਤੀਫਾ ਵੀ ਦਿੱਤਾ ਸੀ। ਤੁਹਾਨੂੰ ਪਤਾ ਉਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ 84 'ਚ ਅਸਤੀਫਾ ਦਿੱਤਾ ਸੀ, ਜਿੱਥੋਂ ਉਹਨਾਂ ਦੀ ਸਿਆਸਤ ਚੜੀ ਸੀ। ਸੋ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਦਾ ਕਿਤੇ ਨਜ਼ਰ ਨਾ ਆਉਣਾ ਬੀਜੇਪੀ ਨਾਲ, ਤੇ ਬੀਜੇਪੀ ਦੀ ਆਪਣੀ ਲੀਡਰਸ਼ਿਪ ਦਾ ਆਪੇ ਮੁੱਦੇ ਉਭਾਰਨੇ, ਇਹ ਬੜਾ ਦਿਲਚਸਪ ਆ। ਇਹਦੇ ਤੇ ਤੁਹਾਡੀ ਟਿੱਪਣੀ, ਮੈਨੂੰ ਇੰਝ ਲੱਗਦਾ ਕਿ ਲਾਂਘਾ 1 ਦੇ ਦਿਨ 'ਚ ਖੁੱਲਣ ਦਾ ਐਲਾਨ ਹੋ ਜੂ, ਕਿਉਂਕਿ ਪਹਿਲੇ ਪਾਤਸ਼ਾਹ ਦਾ ਜਿਹੜਾ ਪੁਰਬ ਆ ਉਹਨੂੰ ਯਾਦਗਾਰ ਬਣਾਉਣਾ ਚਾਹੂਗੀ ਕੇਂਦਰ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੂੰ ਅਪਣਾਉਣ ਲੱਗਿਆ ਝਿਜਕ ਮਹਿਸੂਸ ਨਹੀਂ ਕਰਦੇ, ਤੇ ਉਹ ਸਿੱਖ ਮਾਨਸਿਕਤਾ 'ਚ ਵੀ ਝਾਕ ਕੇ ਵੇਖਦੇ ਆ ਕਿ ਜੇ 84 'ਚ ਬਲੂ ਸਟਾਰ ਆਪਰੇਸ਼ਨ
ਇੰਦਰਾ ਗਾਂਧੀ ਉਹਦੀ ਪਾਰਟੀ ਕਰਨ ਤੋਂ ਬਾਅਦ ਵੀ 3 ਵਾਰੀ ਸੱਤਾ 'ਚ ਆ ਜਾਂਦੀ ਆ, ਤੇ ਅਸੀਂ ਕਿਹੜੇ ਅਛੂਤ ਆ? ਅਸੀਂ ਤੇ ਕੀਤਾ ਹੀ ਕੱਖ ਨਹੀਂ। ਅਸੀਂ ਵੀ ਗੇਮ ਖੇਡਦੇ ਆ, ਅਸੀਂ ਵੀ ਉਹੀ ਸੈਂਟਰਲ ਪਾਰਟੀਆਂ, ਹਿੰਦੂ ਪ੍ਰਮੁੱਖ ਪਾਰਟੀਆਂ ਜਿਵੇਂ ਦੀ ਇੰਦਰਾ ਵਾਲੀ ਪਾਰਟੀ ਸੀਗੀ, ਤੇ ਫਿਰ ਅਸੀਂ ਪੰਜਾਬ 'ਚ ਕਾਮਯਾਬ ਕਿਉਂ ਨਹੀਂ ਹੋ ਸਕਦੇ? ਇਹ ਵੀ ਮੂਵ ਸੋਚੀ ਸਮਝੀ ਆ। ਕੀ ਕੈਪਟਨ ਅਮਰਿੰਦਰ ਸਿੰਘ ਹੁਣ ਬੈਕਫੁੱਟ ਤੇ ਨੇ, ਭਾਜਪਾ ਦੇ ਨਜ਼ਰੀਏ ਤੋਂ ਵੀ ਪਿੱਛੇ ਨੇ, ਔਰ ਭਾਜਪਾ ਆਪਣਾ ਪੱਤਾ ਆਪ ਖੇਡਣਾ ਚਾਹੁੰਦੀ? ਬਹੁਤ ਅਹਿਮ ਸਵਾਲ ਹੈ। ਬਹੁਤ ਤਰ੍ਹਾਂ ਦੇ ਕਿਆਸੇ ਲਾਏ ਜਾਂਦੇ ਨੇ, ਹਰ ਤਰ੍ਹਾਂ ਦੇ ਆਸੇ-ਪਾਸੇ ਇਹਦੇ ਬਾਰੇ ਗੱਲਾਂ ਬਾਤਾਂ ਚੱਲਦੀਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਕਤ ਹੁਣ ਕਿੰਨੀ ਕੁ ਬਚੀ ਆ, ਕਿਹਦੇ ਨਾਲ ਰਲ ਕੇ ਚੱਲ ਗਏ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਵਾਰੀ ਸਾਫ਼ ਕੀਤਾ ਕਿ ਮੈਂ ਬੀਜੇਪੀ ਦੇ ਨਾਲ ਜਾ ਰਿਹਾ। ਦੇਖੋ, ਤੁਸੀਂ ਇੱਕ ਗੱਲ ਸੋਚੋ ਕਿ ਬੀਜੇਪੀ ਨੂੰ ਵੀ ਪਤਾ, ਉਹਨਾਂ ਨੂੰ ਵੀ ਪਤਾ ਕਿ ਧਰਾਤਲ ਤੇ ਕੀ ਚੱਲ ਰਿਹਾ, ਤੇ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜੋ ਖਬਰਾਂ ਆ ਰਹੀਆਂ ਨੇ, ਜੋ ਸਾਨੂੰ ਸੂਚਨਾਵਾਂ ਮਿਲ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਪਾਰਟੀ ਤੋਂ ਕੋਈ ਵੀ ਵਿਅਕਤੀ ਵੱਖਰਾ ਹੋ ਜਾਂਦਾ, ਉਹਦਾ ਕੋਈ ਬਹੁਤ ਜ਼ਿਆਦਾ ਕੱਦ ਜਿਹੜਾ ਜਾਂ ਬਹੁਤ ਜ਼ਿਆਦਾ ਪ੍ਰਭਾਵ ਪੰਜਾਬ ਦੇ ਵਿੱਚ ਹੋਵੇ ਜਾਂ ਆਪਣੀ ਕਨਸਟੀਟੂਐਂਸੀ ਦੇ ਵਿੱਚ ਨਹੀਂ ਰਹਿੰਦਾ। ਇਹ ਗੱਲ ਕਿਸੇ ਨਾ ਕਿਸੇ ਹੱਦ ਤੱਕ ਬੀਜੇਪੀ ਨੂੰ ਵੀ ਪਤਾ ਕਿ ਜੇ ਉਹ ਇਹਨਾਂ ਤੇ ਦਾਲ ਆਏਗੀ। ਦੇਖੋ, ਇੱਕ ਗੱਲ ਰੰਧਾਵਾ ਜੀ ਹੋਰ ਆ, ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਹਮੇਸ਼ਾ ਹੀ ਇਹ ਦੋਸ਼ ਲੱਗਦੇ ਰਹੇ ਨੇ ਕਿ ਇਹ ਭਾਜਪਾ ਦੇ ਨਾਲ ਰਲ ਕੇ ਚੱਲਦੇ ਨੇ। ਲੋਕਾਂ ਨੂੰ ਹੋ ਸਕਦਾ ਬਹੁਤ ਸਾਰਿਆਂ ਨੂੰ ਇਸ ਤੇ ਡਾਊਟ ਹੋਵੇ, ਕਿਸੇ ਤਰ੍ਹਾਂ ਦਾ ਇਸ ਗੱਲ ਤੇ ਪੂਰੀ ਕਲੈਰਿਟੀ ਨਾ ਹੋਵੇ, ਲੇਕਿਨ ਜਦੋਂ ਉਹਨਾਂ ਨੇ ਆਪ ਹੀ ਕਹਿਤਾ ਕਿ ਅਸੀਂ ਭਾਜਪਾ ਦੇ ਨਾਲ ਰਲ ਕੇ ਚੱਲਾਂਗੇ, ਤੇ ਇਹ ਗੱਲ ਬਿਲਕੁਲ ਸਾਫ਼ ਹੋ ਗਈ। ਇਹ ਤਾਂ ਪਹਿਲਾਂ ਹੀ ਚੱਲਦੇ ਸੀ ਇਹਨਾਂ ਚੀਜ਼ਾਂ ਕਰਕੇ। ਔਰ ਭਾਜਪਾ ਦਾ ਤੁਸੀਂ ਦੇਖੋ ਲਗਾਤਾਰ ਜਿਹੜਾ ਗ੍ਰਾਫ ਆ ਉਹ ਪੰਜਾਬ ਦੇ ਵਿੱਚ ਬਹੁਤ ਥੱਲੇ ਜਾ ਰਿਹਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਸਰਵੇ ਆ ਰਹੇ ਆ ਉਹ ਇਹਨਾਂ ਨੂੰ 1 ਜਾਂ 2 ਤੋਂ ਵੱਧ ਸੀਟਾਂ ਦੇ ਨਹੀਂ ਰਹੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਭਾਜਪਾ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਕਿਉਂਕਿ ਇਸ ਦੇ ਨਾਲ, ਇਸ ਗਠਬੰਧਨ ਦੇ ਨਾਲ ਗੱਠਜੋੜ ਜੇ ਹੁੰਦਾ ਤੇ ਉਹਦੇ ਨਾਲ ਵੀ ਕੋਈ ਬੀਜੇਪੀ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੱਦ ਆ ਉਹ ਬਹੁਤ ਵੱਡਾ ਹੋਣਾ ਨਹੀਂ ਇਸ ਨਾਲ। ਦੂਸਰੀ ਗੱਲ, ਜਿੱਥੋਂ ਤੱਕ ਤੁਸੀਂ ਗੱਲ ਕਹੀ ਆ ਕਿ ਇੱਕ ਵਫਦ ਲੈ ਕੇ ਗਏ, 11 ਮੈਂਬਰੀ ਵਫਦ ਸੀ, ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਦੇ ਵਿੱਚ ਜਾਂਦਾ ਆ, ਔਰ ਪ੍ਰਧਾਨ ਮੰਤਰੀ, ਬਿਲਕੁਲ ਤੁਹਾਡੀ ਗੱਲ ਠੀਕ ਆ, ਜਿੰਨੀ ਦੇਰ ਤੱਕ ਕੋਈ ਬਹੁਤ ਖਾਸ ਮੌਕਾ ਨਾ ਹੋਵੇ, ਉਹ ਆਮ ਤੌਰ ਤੇ, ਕਿਉਂਕਿ ਉਹਨਾਂ ਦੀ ਮਸਰੂਫੀਅਤ ਹੁੰਦੀ ਆ, ਉਹ ਮਿਲਦੇ ਨਹੀਂ ਆ। ਬੜਾ ਵੱਡਾ ਮੌਕਾ, ਜਿਸ ਤਰ੍ਹਾਂ ਤੁਸੀਂ ਦੱਸਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਇਹ ਗੁਰਪੁਰਬ ਆ, ਸਾਡੇ ਇੱਥੋਂ ਬਹੁਤ ਸਾਰੇ ਜਿਹੜੇ ਸ਼ਰਧਾਲੂ ਆ ਉਹ ਪਾਕਿਸਤਾਨ ਵੀ ਜਾ ਰਹੇ ਆ। ਇਸ ਵੇਲੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਨਾ, ਉਹਨੂੰ ਖੋਲਣ ਦੀ ਗੱਲ ਕਰਨਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਇੱਕ ਚੀਜ਼ ਮੈਂ ਤੁਹਾਨੂੰ ਇਹਦੇ ਵਿੱਚ ਹੋਰ ਵੀ ਯਾਦ ਕਰਵਾ ਦਾਂ ਕਿ ਪ੍ਰਧਾਨ ਮੰਤਰੀ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸਿੱਖ ਭਾਈਚਾਰੇ ਦੇ ਹਮੇਸ਼ਾ ਹੀ ਹਿਤੈਸ਼ੀ ਤੇ ਹਮਾਇਤੀ ਆ, ਉਹਨਾਂ ਦੇ ਨਾਲ ਰਲ ਕੇ ਚੱਲਦੇ ਆ, ਕਿਉਂਕਿ ਜੋ ਕਿਸਾਨੀ ਅੰਦੋਲਨ ਆ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪੰਜਾਬੀ ਅੰਦੋਲਨ ਵੀ ਮੰਨ ਕੇ ਚੱਲਿਆ ਜਾ ਰਿਹਾ, ਤੇ ਇਹਦੇ ਵਿੱਚ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਸ਼ਮੂਲੀਅਤ ਆ। ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਸ ਸੰਦਰਭ 'ਚ ਵੀ ਦੇਖਿਆ ਜਾਂਦਾ ਕਿ ਸ਼ਾਇਦ ਕਿਤੇ ਜਿਵੇਂ ਆਮ ਤੌਰ ਤੇ ਦੂਸਰੀਆਂ ਮਾਈਨੋਰਿਟੀਜ਼ ਗੁੱਸੇ ਹੋਈਆਂ, ਕਿਤੇ ਇਹ ਤਾਂ ਨਹੀਂ ਗੁੱਸੇ ਹੋ ਗਏ। ਇਸ ਕਰਕੇ ਰੇਲਵੇ ਨੇ, ਇੱਕ ਵਾਰੀ ਯਾਦ ਹੋਣਾ, ਰੇਲਵੇ ਵਿਭਾਗ ਨੇ ਇੱਕ ਬੁਕਲੈਟ ਕੱਢੀ ਸੀ, ਉਹਦੇ 'ਚ ਵੀ ਇਹਨਾਂ ਦੇ ਉਹ ਤਮਾਮ ਤਰ੍ਹਾਂ ਦੀ ਗੱਲਾਂ ਕੀਤੀਆਂ ਗਈਆਂ ਸੀ ਕਿ ਇਹ ਤਾਂ ਸਿੱਖ ਭਾਈਚਾਰੇ ਦੇ ਬਹੁਤ ਨੇੜੇ ਨੇ ਤੇ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ। ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਉਹ ਇਹੀ ਦੱਸਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਤੋਂ ਬੇਮੁਖ ਨਹੀਂ ਆ, ਅਸੀਂ ਤੁਹਾਡੇ ਨਾਲ ਆ, ਤੁਹਾਡੇ ਹਰ ਚੰਗੇ ਮਾੜੇ ਪਹਿਲੂ ਦੇ ਨਾਲ ਆ। ਸੋ ਸਾਡੇ ਤੋਂ, ਤੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਇਹੋ ਜਿਹੇ ਫੈਸਲੇ ਲੈ ਕੇ, ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਔਰ ਮੈਨੂੰ ਵੀ ਪੂਰੀ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ 19 ਨਵੰਬਰ ਦਾ ਇਹ ਗੁਰਪੁਰਬ ਆ, ਹੋ ਸਕਦਾ ਉਸ ਤੋਂ ਪਹਿਲਾਂ ਕੋਲ 8000 ਤੋਂ ਵੀ ਵੱਧ ਜਿਹੜਾ ਹੈ ਦੁਨੀਆ ਦਾ ਸ਼ਰਧਾਲੂ ਉੱਥੇ ਕਰਤਾਰਪੁਰ ਸਾਹਿਬ ਪਹੁੰਚ ਰਿਹਾ। ਇਹ ਤੁਹਾਨੂੰ ਪਤਾ 855 ਤਾਂ ਇੱਥੋਂ ਹੀ ਜਾ ਰਹੇ ਆ ਸਾਡੇ ਜਿਹੜਾ SGPC ਦਾ ਜੱਥਾ, ਹਾਲਾਂਕਿ ਕੁਝ ਲੋਕਾਂ ਨੂੰ ਨਹੀਂ ਵੀ ਵੀਜ਼ਾ ਮਿਲਿਆ। ਸੋ ਇਸ ਕਰਕੇ ਇਸ ਮੌਕੇ ਨੂੰ ਉਹ ਅਜਾਈ ਨਹੀਂ ਗਵਾਉਣਾ ਚਾਹੁੰਦੇ। ਜਿਹੜੀ ਆਪਣੀ ਖੁੱਸੀ ਹੋਈ ਜ਼ਮੀਨ ਆ, ਸ਼ਾਇਦ ਇਸ ਰਸਤੇ ਉਹ ਦੁਬਾਰਾ ਹਾਸਲ ਕਰਨਾ ਚਾਹੁੰਦੇ ਆ। ਜੀ ਰੰਧਾਵਾ ਜੀ, ਮੈਂ ਦੋਸਤਾਂ ਨੂੰ ਦੱਸ ਦਿਆਂ ਕਿ ਸਾਨੂੰ ਇੱਕ ਫੇਵਰ ਰਹਿੰਦੀ ਆ, ਅਸੀਂ ਅਕਸਰ ਵੀ ਗੱਲ ਕਰਦੇ ਹੁੰਦੇ ਆ, ਜਿਹੜੇ ਵੱਡੇ ਲੋਕ ਆ, ਪੋਲੀਟੀਕਲ ਲੋਕ ਆ ਜਾਂ ਵੱਖ-ਵੱਖ ਖੇਤਰਾਂ ਦੇ, ਉਹਨਾਂ ਨਾਲ ਗੱਲ ਕਰਨ ਦਾ ਮੌਕਾ ਸਾਨੂੰ ਤੁਹਾਡੇ ਨਾਲ ਰਿਸ਼ਤੇ ਦੇ ਵਿੱਚੋਂ ਮਿਲਦਾ ਹੈ, ਕਿਉਂਕਿ ਜਦੋਂ ਅਦਰਵਾਈਜ਼ ਤਾਂ ਇਹ ਲੋਕ ਇਸ ਨੂੰ ਪਛਾਣਦੇ ਹੀ ਨਹੀਂ। ਜੇ ਤੁਸੀਂ ਸੁਣਦੇ ਹੋ ਤਾਂ ਇਹਨਾਂ ਲੋਕਾਂ ਨਾਲ, ਔਰ ਮੈਂ ਇਹ ਤਾਂ ਕਰਕੇ ਗੱਲ ਕਰਨ ਲੱਗਿਆ ਕਿ ਬਜਾਤੇ ਖੁਦ ਪੰਜਾਬ ਦੇ ਵੱਡੇ ਪੋਲੀਟੀਸ਼ੀਅਨ ਨਿੱਜੀ ਹੈਸੀਅਤ ਦੇ ਵਿੱਚ ਬੜੇ ਚੰਗੇ ਸੁਭਾਅ ਵਾਲੇ ਨੇ। ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਤੁਸੀਂ ਗੱਲ ਕਰਕੇ ਦੇਖੋਗੇ ਤਾਂ ਉਹ ਬੜੀ ਸ਼ਾਇਸਤਗੀ ਨਾਲ ਗੱਲ ਕਰਦੇ ਆ, ਔਰ ਬਹੁਤ ਹੀ ਸੌਫਟ ਸਪੋਕਨ ਨੇ, ਤੇ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਵੀ ਕਿਸੇ ਵੇਲੇ ਮਹਾਰਾਜਾ ਖਾਨਦਾਨ 'ਚੋਂ ਜਾਂ 2 ਵਾਰੀ ਮੁੱਖ ਮੰਤਰੀ ਹੈ। ਸੁਖਬੀਰ ਸਿੰਘ ਬਾਦਲ ਵੀ ਰਿਸ਼ਤੇ ਦੀ ਗੱਲ ਕਰੋਗੇ ਤਾਂ ਬਿਹਤਰੀਨ ਇਨਸਾਨ ਵਜੋਂ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਨੂੰ ਫਰਕ ਹੀ ਨਹੀਂ ਪੈਂਦਾ ਕਿ ਤੁਸੀਂ ਕਿੱਡੀ ਵੱਡੀ ਪਾਰਟੀ ਦੇ ਪ੍ਰਧਾਨ ਆ।
ਔਰ ਮੈਂ ਪਿਛਲੇ ਦਿਨਾਂ 'ਚ ਮੌਜੂਦਾ ਮੁੱਖ ਮੰਤਰੀ ਨਾਲ ਵੀ ਜਦੋਂ ਗੱਲ ਹੋਈ ਆ ਤਾਂ ਬਹੁਤ ਜ਼ਿਆਦਾ ਹਲੀਮੀ ਤੇ ਬਹੁਤ ਜ਼ਿਆਦਾ ਮਿੱਤਰਤਾ ਪੂਰਵਕ ਉਹ ਹਰੇਕ ਨੂੰ ਰਿਸਪੌਂਡ ਕਰਦੇ ਆ। ਮੈਂ ਇੱਥੇ ਗੱਲ ਕਰਨ ਲੱਗਿਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ। ਮੇਰੇ ਖਿਆਲ ਉਹਨਾਂ ਤੋਂ ਬਿਹਤਰ ਕੋਈ ਸ਼ਖਸ ਬਤੌਰ ਇਨਸਾਨ ਹੋ ਹੀ ਨਹੀਂ ਸਕਦਾ। ਲੇਕਿਨ ਦੋ ਵੱਖਰੀਆਂ ਵੱਖਰੀਆਂ ਧਰਾਵਾਂ ਹੁੰਦੀਆਂ, ਦੋ ਵੱਖਰੀਆਂ ਵੱਖਰੀਆਂ। ਮੈਂ ਸਿੱਧੂ ਸਾਹਿਬ ਦੀ ਵੀ ਗੱਲ ਕਰਾਂ ਕਿ ਉਹ ਨਿੱਜੀ ਗੱਲਬਾਤ ਦੇ ਵਿੱਚ ਇੰਨੇ ਪਿਆਰੇ ਆ ਕਿ ਤੁਸੀਂ ਉਹਨਾਂ ਦੇ ਹੋ ਕੇ ਰਹਿ ਜਾਂਦੇ ਹੋ ਜਦੋਂ ਜੇ ਤੁਹਾਡੇ ਨਾਲ ਉਸ ਲਹਿਜੇ 'ਚ ਗੱਲ ਕਰਦੇ ਆ। ਸੋ ਜਦੋਂ ਅਸੀਂ ਢੀਂਡਸਾ ਸਾਹਿਬ ਦੀ ਗੱਲ ਕਰਦੇ ਆ, ਉਹਨਾਂ ਦੇ ਗੱਠਜੋੜ ਹੋਣ ਵਾਲੇ ਅੱਜ ਵਾਲੇ ਦੀ ਬੀਰਮੀ ਸਾਹਿਬ ਨਾਲ ਗੱਲ ਕਰਦੇ ਆ, ਤਾਂ ਮੈਨੂੰ ਕਦੇ ਕਦੇ ਇੰਝ ਲੱਗਦਾ ਹੈ ਕਿ ਤੁਸੀਂ ਬਹੁਤ ਉੱਚੇ ਹੋ ਕੇ ਵੀ ਕਈ ਵਾਰੀ ਜੇ ਤੁਸੀਂ ਖੁਦ ਕਿਸੇ ਦੇ ਮਤਹਿਤ ਬਹੁਤ ਦੇਰ ਕੰਮ ਕੀਤਾ ਹੋਵੇ ਤਾਂ ਵੱਡੇ ਫੈਸਲੇ ਲੜਨ ਦੀ ਪ੍ਰਵਿਰਤੀ ਉਹ ਕਿਸੇ ਵੇਲੇ ਘਟ ਜਾਂਦੀ ਹੈ। ਮੈਨੂੰ ਲੱਗਦਾ ਢੀਂਡਸਾ ਸਾਹਿਬ ਕੋਲ ਇੱਕ ਬਹੁਤ ਵੱਡਾ ਸਥਾਨ ਸੀ। ਅਕਾਲੀ ਦਲ ਦੀਆਂ ਸਾਰੀਆਂ ਨਾਕਾਮੀਆਂ, ਅਕਾਲੀ ਪੋਲਿਟਿਕਸ ਦਾ ਜਿਹੜਾ ਖੜਾ ਸੀ ਉਹਨੂੰ ਪੂਰ ਸਕਦੇ ਸੀ, ਭਰ ਸਕਦੇ ਸੀ। ਢੀਂਡਸਾ ਸਾਹਿਬ ਕੋਲ ਇਹ ਸਮਾਂ 2 ਸਾਲ ਵਾਂਗ ਰਿਹਾ ਹੈ ਔਰ ਉਹਨਾਂ ਨਾਲ ਜਿਹੜੀ ਲੀਡਰਸ਼ਿਪ ਸੀ ਉਹ ਵੀ ਬੜੀ ਕਾਬਲ ਸੀ। ਲੇਕਿਨ ਜਿਹੜੀ ਸਰਗਰਮੀ ਵਿੱਚ ਚਲੋ ਕੋਵਿਡ ਕਹਿ ਲੋਗੇ ਜਾਂ ਬਾਕੀ ਚੀਜ਼ਾਂ, ਲੇਕਿਨ ਉਹ ਖੜਾ ਭਰਨਾ ਅੱਜ ਵੀ ਅਕਾਲੀ ਸੁਖਬੀਰ ਸਿੰਘ ਬਾਦਲ ਸੰਵਿਧਾਨਕ ਸੰਕਟ 'ਚ ਵੀ ਨੇ। ਉਹਨਾਂ ਦੀ ਜਿਹੜੀ ਕੋਰਟ ਕੇਸ ਚੱਲਦੇ ਆ ਪਾਰਟੀ ਦੇ ਨਿਸ਼ਾਨ ਨੂੰ ਲੈ ਕੇ, 2 ਸੰਵਿਧਾਨਾਂ ਨੂੰ ਲੈ ਕੇ, ਤੇ ਪੰਥਕ ਬੇਅਦਬੀਆਂ ਵਾਲੇ ਮਾਮਲੇ 'ਚ ਪੰਥਕ ਮੁੱਦਿਆਂ ਤੇ ਵੀ ਸੰਕਟ 'ਚ ਨੇ। ਲੇਕਿਨ ਉਸ ਖਲਾ ਨੂੰ ਭਰਨ ਵਿੱਚ ਢੀਂਡਸਾ ਸਾਹਿਬ ਕਾਮਯਾਬ ਨਹੀਂ ਹੋਏ। ਮੈਂ ਤੁਹਾਡੀ ਟਿੱਪਣੀ ਲੈਣੀ ਆ ਕਿ ਕੀ ਸੱਚਮੁੱਚ ਜੇ ਤੁਸੀਂ ਬਹੁਤ ਸਮਾਂ ਦੂਜੀ ਕਤਾਰ ਦੇ ਲੀਡਰ ਬਣ ਕੇ ਕੰਮ ਕੀਤਾ ਹੋਵੇ ਤਾਂ ਪਹਿਲੀ ਕਤਾਰ ਦੇ ਲੀਡਰ ਵਜੋਂ ਉੱਭਰਨ ਦੇ ਅਸਾਰ ਘਟ ਜਾਂਦੇ ਆ, ਜਾਂ ਉਸ ਤਰ੍ਹਾਂ ਦੇ ਫੈਸਲੇ ਲੈਣ ਦੀ ਜੁਰਤ ਕਰਨੀ ਔਖੀ ਹੋ ਜਾਂਦੀ ਆ? ਕੀ ਕਹਿੰਦੇ ਹੋ ਜੀ ਰੰਧਾਵਾ ਜੀ? ਤੁਸੀਂ ਗੱਲ ਕੀਤੀ, ਮੈਂ ਵੀ ਦੱਸਦਾ। ਬਹੁਤ ਵਾਰੀ ਮੈਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਮੋਤੀ ਮਹਿਲ ਦੇ ਵਿੱਚ ਵੀ ਤੇ ਉਹਨਾਂ ਦੇ ਅਫੀਸ਼ੀਅਲ ਰੈਜ਼ੀਡੈਂਸ ਦੇ ਵਿੱਚ ਵੀ ਤੇ ਦਿੱਲੀ ਵਿੱਚ ਵੀ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ, ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵੀ ਜਦੋਂ ਇੰਟਰਵਿਊ ਕੀਤਾ, ਇਹਨਾਂ ਸਾਰਿਆਂ ਦਾ ਬੜੇ ਇਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜਦੋਂ ਮੇਲ ਮਿਲਾਪੜੇ ਨੇ, ਇਹ ਬੜੇ ਚੰਗੇ ਹੋਸਟ ਨੇ, ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਦੇ ਨੇ। ਲੇਕਿਨ ਹੋ ਸਕਦਾ ਇਹਨਾਂ ਦੀਆਂ ਸਿਆਸੀ ਮਜਬੂਰੀਆਂ ਕਰਕੇ ਇਹ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ। ਇਹਦੇ ਵਿੱਚ ਤੁਸੀਂ ਬਿਲਕੁਲ ਇੱਕ ਸੈਕਿੰਡ, ਇੱਕ ਲਫ਼ਜ਼ ਜਿਹੜਾ ਮੈਂ ਮੇਨ ਵਰਤਣਾ ਸੀ ਉਹ ਰਹਿ ਗਿਆ, ਜਿਹਦੇ ਕਾਰਨ ਮੈਂ ਇੰਨੀ ਭੂਮਿਕਾ ਘੜੀ ਕਿ ਕੀ ਤੁਹਾਡੇ ਸਲਾਹਕਾਰ ਤੁਹਾਨੂੰ ਮਰਵਾ ਦਿੰਦੇ? ਕੀ ਤੁਹਾਡੇ ਆਲੇ ਦੁਆਲੇ ਦਾ ਤਾਣਾ ਬਾਣਾ ਤੁਹਾਨੂੰ ਰਗੜ ਕੇ ਰੱਖ ਦਿੰਦਾ? ਕੀ ਤੁਹਾਡੇ ਯੈਸਮੈਨ, ਤੁਹਾਡੇ ਚਾਪਲੂਸ ਕਿਸਮ ਦੇ ਲੋਕ ਤੁਹਾਨੂੰ ਠੀਕ ਵੇਖਣ ਨਹੀਂ ਦਿੰਦੇ, ਤੁਹਾਡਾ ਨਜ਼ਰੀਆ ਬਦਲ ਦਿੰਦੇ? ਇਹ ਸਵਾਲਾਂ ਨਾਲ ਜੀ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਆ ਔਰ ਤੁਹਾਡੀ ਗੱਲ 100% ਠੀਕ ਆ। ਕਈ ਵਾਰੀ ਜਦੋਂ ਅਸੀਂ ਕਈ ਸਿਆਸੀ ਨੇਤਾਵਾਂ ਦੀਆਂ ਜਿਹੜੀਆਂ ਮੁੱਖ ਮੰਤਰੀ ਤੱਕ ਪਹੁੰਚੇ ਨੇ, ਜਦੋਂ ਇੱਕ ਉਹਨਾਂ ਦੀ ਕੋਟਰੀ ਬਣ ਜਾਂਦੀ ਆ, ਖਾਸ ਜਿਹੜੇ ਉਹ ਵਿਅਕਤੀ ਬਣ ਜਾਂਦੇ ਨੇ ਕਿ ਜਿਹੜੇ ਚਾਹੁੰਦੇ ਨਹੀਂ ਵੀ ਕੋਈ ਵੀ ਹੋਰ ਵਿਅਕਤੀ ਉਹਨਾਂ ਤੋਂ ਪੁੱਛੇ ਬਗੈਰ ਮੁੱਖ ਮੰਤਰੀ ਨੂੰ ਨਾ ਮਿਲੇ। ਅੱਜ ਹੀ ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ ਹੈ, ਉਹਨਾਂ ਦੀ ਇੱਕ ਇੰਟਰਵਿਊ ਆਈ ਆ, ਉਹਨਾਂ ਨੇ ਇੱਕ ਗੱਲ ਬੜੀ ਅਹਿਮ ਕੀਤੀ ਹੈ, ਕਹਿੰਦੇ ਮੈਂ ਕੋਈ ਮਹਾਰਾਜਾ ਨਹੀਂ ਆ, ਮੈਨੂੰ ਜਦੋਂ ਮਰਜ਼ੀ ਮਿਲ ਲਓ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਮੁੱਖ ਮੰਤਰੀ ਨੇ, ਵੈਸੇ ਉਹ ਕੀ ਦਰਸਾ ਰਹੇ ਨੇ, ਉਹ ਕਿਤੇ ਵੀ ਜਾ ਕੇ ਮੰਜੇ ਤੇ ਬਹਿ ਜਾਂਦੇ ਨੇ, ਕਿਸੇ ਨਾਲ ਭੰਗੜਾ ਪਾਉਂਦੇ ਨੇ, ਕਦੇ ਹਾਕੀ ਖੇਡਦੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਮੇਰਾ ਲੋਕਾਂ ਦੇ ਨਾਲ ਰਾਬਤਾ ਬਣਿਆ ਰਹੇ। ਔਰ ਲੋਕਾਂ ਦੇ ਜਿਹੜੇ ਨੁਮਾਇੰਦੇ ਹੁੰਦੇ ਆ, ਉਹਨਾਂ ਦਾ ਰਾਬਤਾ ਰਹਿਣਾ ਬਹੁਤ ਲਾਜ਼ਮੀ ਆ। ਜਦੋਂ ਉਹ ਲੋਕਾਂ ਤੋਂ ਦੂਰ ਕਰ ਦਿੱਤੇ ਜਾਂਦੇ ਨੇ, ਇਹ ਕਿਹਾ ਜਾਂਦਾ ਕਿ ਇਹ ਤਾਂ ਇੱਕ ਬਹੁਤ ਖਾਸ ਚੀਜ਼ ਆ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਆ, ਆਮ ਵਿਅਕਤੀ ਇਹਨਾਂ ਕੋਲੇ ਪਹੁੰਚ ਨਹੀਂ ਸਕਦਾ। ਜਦੋਂ ਤੁਸੀਂ ਉਸ ਤਰ੍ਹਾਂ ਦਾ ਇਮੇਜ ਬਣਾ ਲੈਂਦੇ ਹੋ, ਅਕਸ ਬਣ ਜਾਂਦਾ, ਤੇ ਫਿਰ ਤੁਸੀਂ ਲੋਕਾਂ ਤੋਂ ਦੂਰ ਚਲੇ ਜਾਂਦੇ ਹੋ। ਆਪਾਂ ਤੁਹਾਡੀ ਜਿਹੜੀ ਬੇਸਿਕ ਗੱਲ ਉਸ ਤੇ ਆਉਨੇ ਆ, ਸੁਖਦੇਵ ਸਿੰਘ ਢੀਂਡਸਾ ਤੇ। ਦੇਖੋ, ਜਦੋਂ ਵੀ ਰੰਧਾਵਾ ਜੀ ਕੋਈ ਵਿਅਕਤੀ ਜਿਹੜੀ ਪੰਜਾਬ ਦੀ ਸਿਆਸਤ ਤੋਂ ਲੰਮਾ ਸਮਾਂ ਦੂਰ ਰਿਹਾ ਹੋਵੇ, ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਕੇਂਦਰ ਦੀ ਰਾਜਨੀਤੀ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਰਹੇ ਆ, ਹਾਲਾਂਕਿ ਉਹਨਾਂ ਦਾ ਕੱਦ ਹਮੇਸ਼ਾ ਹੀ ਬਹੁਤ ਉੱਚਾ ਰਿਹਾ। ਵਾਪਸ ਆ ਕੇ ਸਰਗਰਮ ਹੋਣਾ ਪੰਜਾਬ ਰਾਜਨੀਤੀ ਵਿੱਚ ਉਨਾ ਹੀ ਔਖਾ ਜਿੰਨਾ ਪ੍ਰਤਾਪ ਸਿੰਘ ਬਾਜਵਾ ਲਈ ਔਖਾ। ਜਦੋਂ ਤੁਸੀਂ ਇੱਕ ਵਾਰੀ ਕੇਂਦਰ ਵੱਲ ਚਲੇ ਜਾਂਦੇ ਹੋ, ਜਾਂ ਤਾਂ ਤੁਸੀਂ ਸਮੇਂ ਸਿਰ ਮੁੜ ਆਓ। ਕਿਸੇ ਟਾਈਮ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਗਏ ਸੀ, ਲੇਕਿਨ ਉਹ ਬੜੀ ਜਲਦੀ ਵਾਪਸ ਆ ਗਏ। ਉਹਨਾਂ ਨੂੰ ਸੀ ਕਿ ਜਿੰਨਾ ਲੰਮਾ ਸਮਾਂ ਅਸੀਂ ਰਵਾਂਗੇ। ਈਵਨ ਨਵਜੋਤ ਸਿੰਘ ਸਿੱਧੂ ਦੇਖੋ, ਤੁਸੀਂ ਮੈਂਬਰ ਪਾਰਲੀਮੈਂਟ ਰਹੇ ਆ, ਲੇਕਿਨ ਉਹਨਾਂ ਨੇ ਫਟਾਫਟ, ਉਹਨਾਂ ਦੀ ਪਾਰੀ ਜਿਹੜੀ ਲੰਮੀ ਸੀ, ਬਾਅਦ ਦੇ ਵਿੱਚ ਪਾਰਟੀ ਵੀ ਬਦਲ ਲਈ। ਕਹਿਣ ਦਾ ਮਤਲਬ ਜਿੰਨੀ ਦੇਰ ਤੱਕ ਤੁਸੀਂ ਇੱਥੇ ਆ ਕੇ ਆਪਣੀ ਸਰਗਰਮੀਆਂ ਨਹੀਂ ਦਿਖਾਉਂਦੇ, ਇਸ ਕਰਕੇ ਜਿਹੜੀ ਸੂਬੇ ਦੀ ਸਿਆਸਤ ਆ ਉਹਨੂੰ ਸਮਝਣਾ ਔਖਾ ਹੁੰਦਾ। ਜਿੱਥੇ ਤੱਕ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਆ, ਉਹ ਆਪਣੇ ਜ਼ਿੰਦਗੀ ਦੇ ਉਸ ਮਰਹਲੇ ਤੇ ਆ, ਉਸ ਪੜਾਅ ਤੇ ਆ
ਕਿ ਇੱਕ ਦੁਬਾਰਾ ਪਾਰਟੀ ਖੜੀ ਕਰਨੀ। ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਵੀ ਅਪਰੋਚ ਕੀਤਾ ਸੀ, ਪਰ ਇਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਸੀ, ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਨੇ ਵੀ, ਸੁਖਦੇਵ ਸਿੰਘ ਢੀਂਡਸਾ ਹੋਣਾ ਨੇ, ਕਿ ਜੇ ਤੁਸੀਂ ਬੀਜੇਪੀ ਦੇ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਕਰੋਗੇ, ਅਸੀਂ ਤੁਹਾਡੇ ਨਾਲ ਨਹੀਂ ਜਾਣਾ। ਔਰ ਇਹਨਾਂ ਨੂੰ ਪੁੱਛੇ ਬਗੈਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਟਵੀਟ ਕਰਤਾ ਸੀ। ਉਸ ਤੋਂ ਬਾਅਦ ਇਹਨਾਂ ਨੇ ਉਸ ਚੀਜ਼ ਦਾ ਖੰਡਨ ਕੀਤਾ ਸੀ। ਹੁਣ ਰਹੀ ਅੱਜ ਉਹ ਕੀ ਕਰਦੇ ਨੇ, ਨਵਾਂ ਗੱਠਜੋੜ ਕਿਹੜੇ ਕਿਹੜੇ ਲੀਡਰ ਲਿਆਉਂਦੇ ਨੇ। ਦੇਖੋ, ਬਹੁਤ ਔਖਾ, ਚਾਹੇ ਜਿੰਨੇ ਵੀ ਤੁਸੀਂ ਖੂਬਸੂਰਤ ਇਨਸਾਨ ਕਿਉਂ ਨਾ ਹੋ, ਵਧੀਆ ਇਨਸਾਨ, ਲੇਕਿਨ ਸਿਆਸਤ ਆ ਜਿਹੜੀ, ਉਹ ਆਪਣੇ ਦੇ ਆਪ ਦੇ ਵਿੱਚ ਬੜੇ ਦਾਅ ਪੇਚ ਵਾਲੀ ਆ, ਇੰਨੀ ਸਿੱਧੀ ਨਹੀਂ, ਬੜੀ ਟੇਢੀ ਖੀਰ ਆ। ਇਸ ਕਰਕੇ ਸਿਆਸਤ ਕਰਨੀ ਔਰ ਚੰਗੇ ਇਨਸਾਨ ਹੋਣਾ, ਇਹ ਦੋ ਵੱਖਰੀਆਂ ਗੱਲਾਂ। ਜੇ ਦੋਨਾਂ ਦਾ ਸੁਮੇਲ ਹੋ ਜਾਏ ਆਪਸ ਦੇ ਵਿੱਚ, ਤੇ ਉਹ ਬੜਾ ਖੂਬਸੂਰਤ ਲੱਗਦਾ, ਉਹ ਲੋਕੀ ਵਾਕਿਆ ਕਾਮਯਾਬ ਹੁੰਦੇ ਨੇ ਜੀ। ਕਈ ਵਾਰੀ ਤੁਹਾਡੇ ਕੋਲੋਂ ਜਾਣੇ ਅਣਜਾਣੇ ਚ ਕੁਝ ਗਲਤ ਫੈਸਲੇ ਵੀ ਹੋ ਜਾਂਦੇ ਆ। ਜਦੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਪਰਮਿੰਦਰ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਹਨਾਂ ਦੇ ਕੁਝ ਬਿਆਨ ਆ ਗਏ, ਅਸੀਂ ਸਮਝੌਤਾ ਕਰਾਂਗੇ, ਜਿਵੇਂ ਕੈਪਟਨ ਸਾਹਿਬ ਨੇ ਪਹਿਲਾਂ ਹੀ ਬੀਜੇਪੀ ਨਾਲ ਸਮਝੌਤਾ ਕਰਨ ਦੀ ਗੱਲ ਤੋਰ ਲਈ, ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਇੱਕ ਏਡੀ ਵੱਡੀ ਪਾਰਟੀ ਦੀ ਗੱਲ ਕਰ ਰਿਹਾ, ਜੇ ਮੈਨੂੰ ਬੈਕ ਕਰੂਗੀ ਤਾਂ ਮੈਂ ਬਚਿਆ ਵੀ ਰਹੂੰਗਾ। ਸਵਾਲ ਇਹ ਹੈ ਕਿ ਕਈ ਫੈਸਲੇ ਤੁਹਾਨੂੰ, ਕਿਉਂਕਿ ਅਗਲੀ ਧਿਰ ਨੂੰ ਜੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਵੇਲੇਬਲ ਹਾਂ, ਤੁਹਾਡੇ ਵੱਲ ਕਿਉਂ ਆਉਣਗੇ? ਉਹ ਸਮਝਦੇ ਆ ਕਿ ਤੁਸੀਂ ਇੰਨੇ ਜ਼ਰੂਰਤ ਨਹੀਂ ਤੁਹਾਡੇ ਚ, ਜਾਂ ਤੁਸੀਂ ਸਿਆਸੀ ਤੌਰ ਤੇ ਹੁਣ ਉਹਨੇ ਸਾਰਥਿਕ ਨਹੀਂ ਰਹੇ ਜਿਹੜੇ ਸਾਡਾ ਆਸਰਾ ਲੱਭਦੇ ਹੋ। ਤੇ ਕਦੇ ਵੀ ਕੋਈ ਆਸਰਾ ਸਿਆਸਤ ਵਿੱਚ ਕਿਸੇ ਨੂੰ ਨਹੀਂ ਦਿੰਦਾ। ਤੇ ਦੂਜੀ ਵਾਰੀ ਕੈਪਟਨ ਸਾਹਿਬ ਨੂੰ ਲੈ ਕੇ ਵੀ ਢੀਂਡਸਾ ਸਾਹਿਬ ਦਾ ਪਹਿਲਾ ਬਿਆਨ ਇਹੀ ਸੀ ਕਿ ਕੈਪਟਨ ਸਾਹਿਬ ਨੂੰ ਅਸੀਂ ਸੱਦਾ ਦਿੰਦੇ, ਸਾਡੀ ਪਾਰਟੀ ਚ ਆ ਜਾਓ। ਸੋ ਇਹ ਪਹਿਲੂ ਕੁਝ ਐਸੇ ਨੇ। ਇੱਕ ਜਾਂਦੇ ਜਾਂਦੇ ਟਿੱਪਣੀ ਚਾਹੁੰਦਾ ਮੈਂ, ਇੱਕ ਟ੍ਰਿਬਿਊਨ ਅਖਬਾਰ ਦੇ ਜਰਨਲਿਸਟ ਨੇ ਇੱਕ ਛੋਟਾ ਜਿਹਾ ਨੋਟ ਲਿਖਿਆ, ਛੋਟੀ ਜਿਹੀ ਖਬਰ ਫਲੈਸ਼ ਹੋਈ, ਉਹਨੇ ਮੈਨੂੰ ਸਭ ਤੋਂ ਵੱਧ ਕੇਂਦਰਿਤ ਕੀਤਾ। ਆਖਿਰ ਸੁਖਬੀਰ ਸਿੰਘ ਬਾਦਲ ਦੀ ਪੈੜ ਵਿੱਚ ਕੇਜਰੀਵਾਲ ਦਾ ਪੈਰ। ਹੁਣ ਦੋਨੇ ਹੀ ਸਟਰਗਲ ਕਰ ਰਹੇ ਆ, ਜਾਂ ਤਾਂ ਇੱਕ ਕਾਮਯਾਬ ਬੰਦੇ ਦੀ ਪੈੜ 'ਚ ਦੂਜਾ ਸਟਰਗਲਰ ਰੱਖੇ ਤਾਂ ਫਿਰ ਤਾਂ ਸਵਾਦ ਆਉਂਦਾ ਹੈ ਕਿ ਹਾਂ ਵੀ ਇਹ ਵੀ ਇਹਨਾਂ ਰਾਹਾਂ ਤੇ ਤੁਰਨਾ ਚਾਹੁੰਦਾ। ਇਹ ਜੇ ਤੁਸੀਂ ਦੇਵੀ ਤਲਾਬ ਮੰਦਿਰ ਜਲੰਧਰ ਦੀ ਗੱਲ ਕਰਦੇ ਹੋ ਤੇ ਸਾਲਾਸਰ ਦੀ ਗੱਲ ਰਾਜਸਥਾਨ ਵੱਲ ਕਰਦੇ ਹੋ, ਇਹ ਕਿਤੇ ਆਪਣੇ ਆਪ ਹੀ ਵਾਪਰ ਗਿਆ ਜਾਂ ਤੈਅਸ਼ੁਦਾ ਹੈ ਕਿ ਸੱਚਮੁੱਚ ਇੱਥੋਂ ਵੋਟਾਂ ਨਿਕਲ ਸਕਦੀਆਂ? ਇਹਦੇ ਤੇ ਟਿੱਪਣੀ ਮੈਂ ਤੁਹਾਡੀ ਚਾਹੁੰਦਾ। ਕੇਜਰੀਵਾਲ ਸਾਹਿਬ ਹੁਣ ਸੁਖਬੀਰ ਦੀ ਰੀਸ ਕਰਿਆ ਕਰਨਗੇ? ਰੰਧਾਵਾ ਜੀ, ਬੜੀ ਅਹਿਮ ਗੱਲ ਆ। ਹਾਲਾਂਕਿ ਛੋਟਾ ਜਿਹਾ ਇੱਕ ਡਾਇਰੀ ਪੀਸ ਲਿਖਿਆ ਗਿਆ, ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਨੈਚੁਰਲ ਜਾਂ ਆਮ ਨਹੀਂ ਗੱਲਾਂ ਹੁੰਦੀਆਂ, ਇਹ ਬੜੇ ਧਿਆਨ ਦੇ ਨਾਲ ਪਲਾਨ ਕੀਤੀਆਂ ਜਾਂਦੀਆਂ, ਇਹਦੀ ਯੋਜਨਾ ਬਣਾਈ ਜਾਂਦੀ ਹੈ ਕਿ ਤੁਹਾਡੇ ਲੀਡਰ ਨੇ, ਚੋਣਾਂ ਨੇੜੇ ਨੇ, ਕਿੱਥੇ ਕਿੱਥੇ ਜਾਣਾ, ਕੀ ਉਹਨਾਂ ਨੇ ਸਿੰਬਲਿਜ਼ਮ ਜਾਂ ਸੰਕੇਤ ਦਿਖਾਉਣੇ ਆ ਲੋਕਾਂ ਨੂੰ। ਜਾ ਕੇ ਸਾਲਾਸਰ ਰਾਜਸਥਾਨ ਦੇ ਵਿੱਚ ਮੱਥਾ ਟੇਕਣਾ, ਦੇਵੀ ਤਲਾਬ ਦੇ ਮੰਦਿਰ ਦੇ ਵਿੱਚ ਜਾਣਾ, ਇਹ ਇੱਕ ਹਿੰਦੂ ਵੋਟਾਂ ਨੂੰ ਭਰਮਾਉਣ ਦੀ ਇੱਕ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ। ਇਹ ਤੁਸੀਂ ਸਾਰੇ ਸਿਆਸਤਦਾਨਾਂ ਨੂੰ, ਕੋਈ ਇੱਕ, ਮੈਂ ਇੱਥੋਂ ਦੇ ਟੈਂਪਲ ਦੀ ਗੱਲ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਤੁਸੀਂ ਗੁਰਦੁਆਰਾ ਦੇ ਵਿੱਚ ਵੀ ਦੇਖੋਗੇ, ਇਹਨਾਂ ਨੂੰ ਮੰਦਿਰਾਂ ਦੇ, ਮਸਜਿਦਾਂ ਦੇ, ਗਿਰਜਿਆਂ ਵਿੱਚ ਵੀ ਦੇਖੋਗੇ ਇਹ ਹੁੰਦਾ। ਔਰ ਤੁਸੀਂ ਕਦੇ ਵੀ ਦੇਖੋ ਕਿ ਜਿੱਦਾਂ ਹੀ ਚੋਣਾਂ ਨੇੜੇ ਆਉਂਦੀਆਂ ਨੇ, ਇਹ ਇਕੱਲੇ ਇੱਥੇ ਧਾਰਮਿਕ ਸਥਾਨਾਂ ਤੇ ਨਹੀਂ ਜਾਂਦੇ, ਉਹਨਾਂ ਸਾਰੇ ਡੇਰਿਆਂ ਤੇ ਵੀ ਜਾਂਦੇ ਨੇ, ਉਹਨਾਂ ਸਾਰੀਆਂ ਜਗ੍ਹਾ ਤੇ ਜਾਂਦੇ ਨੇ। ਤੇ ਤੁਹਾਨੂੰ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਕੋਈ ਭਾਈਚਾਰਾ ਜਾਂ ਸ਼ਾਇਦ ਜਿਹੜੇ ਲੋਕ ਆ ਇਸ ਚੀਜ਼ ਤੋਂ ਪ੍ਰਭਾਵਿਤ ਹੋ ਜਾਣ। ਔਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਪਿਛਲੇ ਦਿਨਾਂ ਦੇ ਵਿੱਚ ਦੇਖੋ, ਜਿਹੜੇ ਅਰਵਿੰਦ ਕੇਜਰੀਵਾਲ ਕਦੇ ਇਸ ਤਰ੍ਹਾਂ ਦੀ ਸਿਆਸਤ ਨਹੀਂ ਸੀ ਕਰਦੇ, ਖਾਸ ਤੌਰ ਤੇ ਧਰਮ ਨੂੰ ਲੈ ਕੇ। ਉਹਨਾਂ ਨੇ ਪਿਛਲੇ ਸਾਲ 14 ਨਵੰਬਰ ਨੂੰ, ਮੈਂ ਸੰਨ 2020 ਦੀ ਗੱਲ ਕਰ ਰਿਹਾ, ਜਿਹੜੀ ਆਰਤੀ ਸੀ ਉਹਦੇ ਲਾਈਵ ਜਿਹੜਾ ਟੈਲੀਕਾਸਟ ਕੀਤਾ ਸੀ, 6 ਕਰੋੜ ਰੁਪਇਆ ਲਾਤਾ ਸੀ। ਇਸ ਵਾਰੀ ਵੀ ਕੀਤਾ ਉਹਨਾਂ ਨੇ, ਤਾਂ ਕਿ ਪੂਰਾ ਤਿਲਕ ਲਾ ਕੇ, ਡਿਜ਼ਾਈਨਰ ਕੁੜਤੇ ਪਾ ਕੇ, ਉਹ ਸੀ ਨਾਲ ਉਹਨਾਂ ਦੇ ਮਨੀਸ਼ ਸਿਸੋਦੀਆ ਸੀ। ਇਸੇ ਤਰ੍ਹਾਂ ਤੁਸੀਂ ਦੇਖੋ, ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਉਹ ਬੜੇ ਸਾਜ ਧੱਜ ਕੇ, ਤਿਲਕ ਲਾ ਕੇ ਜਾਂਦੇ ਨੇ। ਆਸਥਾ ਬਿਲਕੁਲ ਜਾਣਾ ਚਾਹੀਦਾ, ਹਰ ਵਿਅਕਤੀ ਦੀ ਆਸਥਾ, ਲੇਕਿਨ ਇਹਦੇ ਪਿੱਛੇ ਜਿਹੜੀ ਮਨਸ਼ਾ ਹੁੰਦੀ ਆ, ਸਾਰੀਆਂ, ਮੈਂ ਇੱਕ ਰਾਜਨੀਤੀ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਸਿਆਸੀ, ਸਾਰੀਆਂ ਇਸ ਤਰ੍ਹਾਂ ਕਰਦੀਆਂ ਨੇ। ਹੁਣ ਲੋਕ ਉਹਨਾਂ ਨੂੰ ਕਿੰਨੀ ਸੰਜੀਦਗੀ ਦੇ ਨਾਲ ਲੈਂਦੇ ਨੇ, ਕੀ ਲੋਕ ਇਹਦੇ ਪਿੱਛੇ ਵੇਖ ਸਕਦੇ ਨੇ ਕਿ ਇਹਦੇ ਪਿੱਛੇ ਕੀ ਆ? ਇਹ ਲੋਕਾਂ ਨੂੰ ਜ਼ਿਆਦਾ ਪਤਾ, ਉਹਨਾਂ ਦੀਆਂ ਵੋਟਾਂ ਨੂੰ ਪਤਾ, ਉਹਨਾਂ ਦੇ ਅਧਿਕਾਰ ਨੂੰ ਪਤਾ, ਔਰ ਸਮੇਂ ਸਿਰ ਉਹ ਚੀਜ਼ਾਂ ਉਹ ਦਿਖਾਉਂਦੇ ਨੇ। ਲੇਕਿਨ ਹਾਂ, ਇਹਨਾਂ ਦਾ ਜਾਣ ਦਾ ਵੀ ਹੱਕ ਆ, ਇਹਨਾਂ ਦਾ ਪੂਜਾ ਦਾ ਵੀ ਹੱਕ ਆ, ਇਹਨਾਂ ਦਾ ਮੱਥਾ ਟੇਕਣ ਦਾ ਵੀ ਹੱਕ ਆ ਜੀ। ਨਹੀਂ, ਲੋਕ ਸਭ ਜਾਣਦੇ ਆ, ਲੋਕ ਨਹੀਂ ਕੁਝ ਭੁੱਲਦੇ, ਬੜੇ ਮਚਲੇ ਹੋਏ ਆ ਕਿ ਲੋਕ ਸਮਝ ਨਹੀਂ ਇਹਨਾਂ ਨੂੰ ਆ ਰਹੀ ਕਿਸੇ ਨੂੰ ਵੀ ਕੀ ਹੋਣ ਵਾਲਾ। ਪਰ ਮੈਨੂੰ ਆਖਰੀ ਸਵਾਲ ਦਾ ਜਵਾਬ ਦਿਓ ਕਿ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਵੱਟ ਦਾ ਤਾਂ ਕੋਈ ਰੌਲਾ ਹੈ ਨਹੀਂ। ਦੇਖੋ, ਕਾਂਗਰਸ ਤੇ ਅਕਾਲੀ ਕਦੇ ਸੇਮ ਪੇਜ ਤੇ ਆ ਨਹੀਂ ਸਕਦੇ, ਇਹ ਰਵਾਇਤੀ ਵਿਰੋਧੀ ਨੇ, ਤੇ ਇਹਨਾਂ ਦੋਨਾਂ ਦੀ ਵੋਟ ਜਿਹੜੀ ਵਿਰੋਧ ਚੋਂ ਨਿਕਲਦੀ। ਲੇਕਿਨ ਕੇਜਰੀਵਾਲ ਨੂੰ ਅਜੇ ਜੁਮਾ ਕੁਝ ਸਾਲ ਹੋਏ ਆ ਸਿਆਸਤ ਵਿੱਚ ਆਇਆ, ਉਹਨਾਂ ਦਾ ਕੋਈ ਵੱਡਾ ਰੌਲਾ ਨਹੀਂ ਅਕਾਲੀਆਂ ਨਾਲ। ਕੀ ਇਲੈਕਸ਼ਨ ਤੋਂ ਬਾਅਦ ਸਭ ਤੋਂ ਜ਼ਿਆਦਾ ਨੈਗੇਟਿਵਿਟੀ ਵਾਲਾ ਸਵਾਲ ਹੈ ਕਿ
ਕਿ ਇਹ ਕੇਜਰੀਵਾਲ ਤੇ ਸੁਖਬੀਰ ਬਾਦਲ ਰਲ ਕੇ ਸਰਕਾਰ ਬਣਾਉਣ ਦੀ ਸੋਚ ਸਕਦੇ ਆ, ਕਿਉਂਕਿ ਗੱਲ ਸੱਤਾ ਦੀ ਆ ਤੇ ਪੰਜਾਬ ਦੇ ਵਿੱਚੋਂ ਜੇ ਅੱਗੇ ਵਧਿਆ ਜਾ ਸਕੇ ਤੇ ਕੇਜਰੀਵਾਲ ਨੂੰ ਵੀ ਵਾਰਾ ਖਾਂਦਾ, ਤੇ ਜੇ ਸੁਖਬੀਰ ਸਿੰਘ ਦੀ ਪਾਰਟੀ ਐਤਕਾਂ ਡਿੱਗ ਗਈ, ਸੱਤਾ ਚ ਨਾ ਆਈ, ਤੇ ਅਗਲੀ ਵਾਰ ਨੂੰ ਵਰਕਰ, ਅੱਧਾ ਵਰਕਰ ਜਿਹੜਾ ਉਹ ਟੁੱਟ ਜਾਣਾ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਤੇ ਲੀਡਰਸ਼ਿਪ ਬਾਦਲ ਪਰਿਵਾਰ ਕੋਲ ਰਹਿੰਦੀ ਹੈ ਕਿ ਨਹੀਂ ਰਹਿੰਦੀ, ਇਹ ਵੀ ਸਵਾਲਾਂ ਦੇ ਘੇਰੇ 'ਚ ਆ ਜਾਣਾ। ਸੋ ਜੀਣ ਮਰਨ ਦਾ ਸਵਾਲ ਦੋਵਾਂ ਲਈ ਆ, ਤੇ ਕਹਿੰਦੇ ਹੁੰਦੇ ਆ ਕਿ ਮਰਦਾ ਫਿਰ ਕੀ ਨਹੀਂ ਕਰਦਾ। ਰੰਧਾਵਾ ਜੀ, ਤੁਸੀਂ ਯਾਦ ਕਰੋ 2013 ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਨੇ ਕਾਂਗਰਸ ਦੇ ਨਾਲ ਮਿਲ ਕੇ 49 ਦਿਨ ਦੀ ਸਰਕਾਰ ਬਣਾਈ ਸੀ ਜੀ। ਮਹਾਰਾਸ਼ਟਰ ਦੇ ਵਿੱਚ ਕਾਂਗਰਸ ਸ਼ਿਵ ਸੈਨਾ ਦੇ ਨਾਲ ਮਿਲ ਕੇ ਜਿਹੜੀ ਆ ਉਹ ਸਰਕਾਰ ਬਣਾ ਕੇ ਬੈਠੇ ਨੇ ਤੇ ਸਰਕਾਰ ਚੱਲ ਰਹੀ ਹੈ। ਕਹਿਣ ਦਾ ਮਤਲਬ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਸ ਟਾਈਮ ਵਕਤ ਕੋਈ ਸਿਆਸੀ ਤੌਰ ਤੇ ਅਛੂਤ ਨਹੀਂ ਹੈ। ਜਿਸ ਦਾ ਮੌਕਾ ਜਿਸ ਨਾਲ ਲੱਗਦਾ ਉਹ ਸਰਕਾਰ ਬਣਾ ਲੈਂਦਾ। ਮੈਨੂੰ ਨਹੀਂ ਲੱਗਦਾ ਕਿ ਜੇ ਇਸ ਤਰ੍ਹਾਂ ਦਾ ਕੋਈ ਸੰਭਾਵਨਾ ਪੈਦਾ ਹੁੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਹੋਇਆ ਕਿ ਆਪਸ 'ਚ ਇਕੱਠੇ ਹੋ ਕੇ ਉਹ ਸਰਕਾਰ ਬਣਾ ਸਕਦੇ ਆ, ਉਹ ਇਸ ਤਰ੍ਹਾਂ ਦਾ ਕੋਈ ਮੌਕਾ ਗਵਾਉਣਗੇ। ਕਿਉਂਕਿ ਹੁਣ ਜਿਹੜੀਆਂ ਅਸੀਂ ਆਮ ਤੌਰ ਤੇ ਆਈਡੀਓਲੋਜੀਜ਼ ਦੀਆਂ ਗੱਲਾਂ ਕਰਦੇ ਆ ਕਿ ਕਿਸੇ ਦੀ ਵਿਚਾਰਧਾਰਾ ਕੀ ਆ, ਉਹ ਸ਼ਾਇਦ ਪਿੱਛੇ ਰਹਿ ਗਈਆਂ ਨੇ। ਲੱਗਦਾ ਹੈ ਕੁਝ ਜਿਹੜੀਆਂ ਪਾਰਟੀਆਂ ਉਹ ਵਿਚਾਰਧਾਰਾਵਾਂ ਤੇ ਖੜੀਆਂ ਨੇ। ਇਹੀ ਜਿਹੜੀ ਬੀਜੇਪੀ ਆ, ਉਹਨੇ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਨਾਲ ਵੀ ਸਰਕਾਰ ਬਣਾਈ ਆ। ਉਹਨਾਂ ਮਹਿਬੂਬਾ ਮੁਫਤੀ ਨੂੰ ਜਿਹਨਾਂ ਨੇ ਪਿਛਲੇ ਦਿਨ ਉਹਨਾਂ ਨੂੰ ਨਜ਼ਰਬੰਦ ਵੀ ਰੱਖਿਆ ਸੀ। ਸੋ ਸੰਭਾਵਨਾਵਾਂ ਸਿਆਸੀ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੀਆਂ ਰਹਿੰਦੀਆਂ ਨੇ, ਔਰ ਕੋਈ ਵੀ ਕਿਸੇ ਲਈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਗੈਰ ਨਹੀਂ ਆ। ਕਦੋਂ ਮੌਕਾ ਆ ਜੇ, ਸਮਾਜਵਾਦੀ ਪਾਰਟੀ ਮਾਇਆਵਤੀ ਨਾਲ ਸਰਕਾਰ ਬਣਾਉਂਦੀ ਆ ਯੂਪੀ ਦੇ ਵਿੱਚ, ਤੇ ਉਸ ਤੋਂ ਬਾਅਦ ਬਿਲਕੁਲ ਇੱਕ ਦੂਸਰੇ ਦੇ ਖਿਲਾਫ ਵੀ ਹੋ ਜਾਂਦੇ ਨੇ। ਸੋ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਅਸੀਂ ਐਕਸਪੈਕਟ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਜਿਹੜੇ ਸਿਆਸਤਦਾਨ ਨੇ ਉਹ ਵੀ ਬਹੁਤ ਓਪਰਚੁਨਿਸਟਿਕ ਹੋ ਚੁੱਕੇ ਨੇ, ਬਹੁਤ ਮੌਕਾ ਪ੍ਰਸਤ ਹੋ ਚੁੱਕੇ ਨੇ। ਜਦੋਂ ਚੋਣ ਪ੍ਰਚਾਰ ਮੰਚ ਸੱਜਣਗੇ ਤਾਂ ਕੇਜਰੀਵਾਲ, ਸੁਖਬੀਰ ਬਾਦਲ ਤੇ ਉਹਨਾਂ ਦੀ ਦੂਜੀ ਕਤਾਰ ਦੀ ਲੀਡਰਸ਼ਿਪ ਇੱਕ ਦੂਜੇ ਨੂੰ ਪਾਣੀ ਪੀ ਪੀ ਕੋਸਣਗੇ। ਹੋ ਸਕਦਾ ਥੱਲੇ ਦੇ ਪੱਧਰ ਤੇ ਆਪਸੀ ਕਿਧਰੇ ਹੱਥੋਂ ਪਾਈ ਹੋ ਕੇ ਪਰਚੇ ਪੁਰਚੇ ਵੀ ਪਿੰਡਾਂ 'ਚ ਹੋਣ, ਲੇਕਿਨ ਯਾਦ ਰੱਖਣ ਵਾਲਾ ਹੋਊਗਾ ਕਿ ਕਪੱਤ ਤਾਂ ਜ਼ਰੂਰ ਹੋਣਗੇ, ਭਾਵੇਂ ਲਫ਼ਜ਼ਾਂ ਦੇ ਹੋਣ ਤੇ ਭਾਵੇਂ ਥੱਲੇ ਜਾ ਕੇ ਹੋਣ। ਅਖੀਰ ਦੇ ਵਿੱਚ ਜੱਫੀ ਪਾਉਣ ਲੱਗਿਆ ਮਿੰਟ ਨਹੀਂ ਲੱਗਦਾ। ਪੰਜਾਬੀਓ, ਧਿਆਨ ਰੱਖਿਓ, ਐਤਕੀ ਪੋਲੀਟੀਸ਼ੀਅਨਸ ਲਈ ਲੜਨ ਵੇਲੇ ਘਰ ਦੇ ਬੱਚੇ ਪਰਿਵਾਰ ਜ਼ਰੂਰ ਸੋਚ ਕੇ ਜਾਇਓ, ਕਿਉਂਕਿ ਰਿਸ਼ਤੇ ਅੱਜ ਕੱਲ ਇੱਕੋ ਜਿਹੇ ਹੀ ਆ, ਔਰ ਇਹ ਜਦੋਂ ਸੇਮ ਸਟੇਟਸ ਵਿੱਚ ਹੁੰਦੇ ਆ ਤਾਂ ਫਿਰ ਇਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਵੀ ਇੱਕ ਦੂਜੇ ਨਾਲ ਆਸਾਨੀ ਨਾਲ ਕਰ ਲੈਂਦੇ ਆ, ਤਾਂ ਕਿ ਜੇ ਸੱਤਾ ਉਹਦੇ ਕੋਲ ਰਵੇ ਤੇ ਉਹਦੇ ਕੁੜਮ, ਤੇ ਜੇ ਉਹਦੇ ਕੋਲ ਰਵੇ ਤੇ ਉਹਦੇ ਕੁੜਮ, ਸੱਤਾ ਘਰ 'ਚ ਹੀ ਰਹਿੰਦੀ ਆ ਦੋਵੇਂ ਤਰੀਕੇ ਨਾਲ। ਤੇ ਤੁਸੀਂ ਲੜ ਮਰ ਜਾਂਦੇ ਹੋ ਤੇ ਅਸੀਂ ਇੱਥੇ ਕੈਮਰੇ ਨਾਲ ਗੁੱਥਮ ਗੁੱਥਾ ਹੋਈ ਫਿਰਦੇ ਆ। ਗੱਲ ਅੰਤ 'ਚ ਨਿਕਲ ਕੇ ਉਹੀ ਆਉਂਦੀ ਆ ਕਿ ਜੋ ਭਾਵੇ ਬਾਬੇ ਨੂੰ ਉਹੀ ਵਾਪਰਦਾ ਹੈ। ਬਹੁਤ ਮਿਹਰਬਾਨੀ ਮਨਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।